ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਕੀ ਤ੍ਰਿਸ਼ਨ ਨਾ ਬੂਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਕੀ ਤ੍ਰਿਸ਼ਨ ਨਾ ਬੂਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ। ਜਿਉ ਪਾਵਕ ਈਦਨ ਨਹੀਂ ਤ੍ਰਾਪੈ, ਬਿਨ ਹਰਿ ਕਹਾਂ ਅਗਾਈ। ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਕੀ ਮਿਟੈ ਨਾ ਭੂਖਾ। ਉਦਮ ਕਰੈ ਸੁਆਨ ਕੀ ਨਿਆਈ, ਚਾਰੇ ਕੁੰਟਾਂ ਕੋਖਾ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੂਕੈ। ਦਿਨ ਪ੍ਰਤ ਕਰੈ ਕਰੈ ਪਛੁਤਾਪੈ, ਸੋਗ ਲੋਭ ਮਹਿ ਸੂਕੈ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਦਾਨਾ। ਸੂਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਦਾਨਾ। ਸੂਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ, ਲੋਕ ਪਰਲੋਕ ਦੇ ਰਾਖੇ, ਚਵਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ, ਇੱਕ ਵਾਰੀ ਫੇਰ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡੇ ਭਾਗਾਂ ਵਾਲੇ ਹਾਂ ਆਪਾਂ ਕਿ ਪਾਤਸ਼ਾਹ ਦੀ ਗੋਦ ਵਿੱਚ ਬਹਿ ਕੇ ਪਾਤਸ਼ਾਹ ਦੇ ਬੋਲ ਸੁਣਨ ਦਾ ਸੁਭਾਗ ਸਮਾਂ ਮਿਲ ਰਿਹਾ ਸਾਨੂੰ।
ਇਸ ਜਹਾਨ ਦੇ ਵਿੱਚ, ਇਸ ਸੰਸਾਰ ਦੇ ਵਿੱਚ ਜੇ ਕੋਈ ਪਾਤਸ਼ਾਹ ਹੈ, ਸੱਚਾ ਪਾਤਸ਼ਾਹ, ਤਾਂ ਉਹ ਕੇਵਲ ਤੇ ਕੇਵਲ ਗੁਰੂ ਹੈ। ਤੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਚਾਹੇ ਅਸੀਂ ਇਸ ਅਸਥਾਨ ਤੇ ਬੈਠ ਕੇ ਗੁਰੂ ਦੇ ਬੋਲ ਸੁਣਨ ਵਾਸਤੇ ਇਕੱਠੇ ਹੋਏ ਹਾਂ, ਚਾਹੇ ਟੀਵੀ ਮਾਧਿਅਮ ਦੇ ਰਾਹੀਂ ਆਪਣੇ ਘਰਾਂ 'ਚ ਬੈਠੇ ਹਾਂ, ਜਿੰਨੇ ਵੀ ਬੈਠੇ ਹਾਂ, ਪਿਆਰ ਸਦਕਾ ਬੈਠੇ ਹਾਂ, ਬਹੁਤ ਵੱਡੇ ਭਾਗਾਂ ਵਾਲੇ ਆ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਦਰਬਾਰ ਸਾਹਿਬ ਜੀ ਤੋਂ ਜੋ ਅੰਮ੍ਰਿਤ ਵੇਲੇ ਹੁਕਮ ਸਾਡੀ ਝੋਲੀ 'ਚ ਪਿਆ ਹੈ ਔਰ ਆਪਾਂ ਸੁਣਿਆ ਹੁਣੇ, ਇਸੇ ਪਾਵਨ ਮਹਾਵਾਕ ਦੀ ਅੱਜ ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਵਿੱਚ ਰਹਿੰਦਿਆਂ ਸੰਖੇਪ ਵਿਚਾਰ ਸਾਂਝੀ ਕਰਨੀ ਆ। ਇਹ ਜਿਹੜਾ ਪਾਵਨ ਸ਼ਬਦ ਹੈ ਸਾਧ ਸੰਗਤ ਜੀ, ਜੋ ਅਸੀਂ ਅੰਮ੍ਰਿਤ ਵੇਲੇ ਹੁਕਮ ਦੇ ਰੂਪ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਜੀ ਤੋਂ ਸੁਣਿਆ, ਇਹ ਸ਼ਹੀਦਾਂ ਦੀ ਸਰਤਾਜ ਬਾਣੀ ਕੇ ਬੋਹਤ ਧੰਨ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ ਧਨਾਸਰੀ ਰਾਗ ਦੇ ਵਿੱਚ। ਰਹਾਉ ਦੀ ਪੰਕਤੀ ਹੈ। ਸਭ ਤੋਂ ਪਹਿਲਾਂ ਰਹਾਉ ਦੀ ਪੰਕਤੀ ਵੱਲ ਥੋੜਾ ਜਿਹਾ ਧਿਆਨ ਗੁਰੂ ਪਿਆਰਿਓ ਆਪਣਾ ਇਕਾਗਰ ਕੇਂਦਰਿਤ ਕਰੀਏ ਕਿ ਅੱਜ ਸਾਨੂੰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਸਮਝਾਉਂਦੇ ਆ, ਕੀ ਦੱਸਦੇ ਆ। ਰਹਾਉ ਦੀ ਪੰਕਤੀ 'ਚ ਕਹਿੰਦੇ, ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ। ਵਿਖਿਆ ਮਹਿ, ਮਹਿ ਦਾ ਅਰਥ ਹੈ ਵਿੱਚ, ਵਿਖਿਆ ਦਾ ਅਰਥ ਹੈ ਜ਼ਹਿਰ। ਜ਼ਹਿਰ ਦੇ ਵਿੱਚ ਜਾਂ ਜ਼ਹਿਰ ਦੇ ਨਾਲ ਕਿਨਹੀ ਤ੍ਰਿਪਤ ਨਾ ਪਾਈ, ਕਿਸੇ ਨੇ ਰੱਜ ਪ੍ਰਾਪਤ ਨਹੀਂ ਕੀਤਾ ਹੈ, ਕਿਸੇ ਨੇ ਤ੍ਰਿਪਤੀ ਪ੍ਰਾਪਤ ਨਹੀਂ ਕੀਤੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜ਼ਹਿਰ ਕੀ ਹੈ, ਕਿਹੜੀ ਜ਼ਹਿਰ ਦਾ ਜ਼ਿਕਰ ਕਰ ਰਹੇ ਆ ਮਹਾਰਾਜ। ਇਹ ਜਿਹੜਾ ਸੰਸਾਰ ਦੇ ਵਿੱਚ ਪਦਾਰਥਵਾਦ ਹੈ ਨਾ ਗੁਰੂ ਪਿਆਰਿਓ, ਇਹ ਜ਼ਹਿਰ ਹੈ ਔਰ ਇਹ ਜ਼ਹਿਰ ਸਾਨੂੰ ਜਿਉਂਦਾ ਵੀ ਰੱਖਦਾ ਹੈ। ਇਹ ਜ਼ਹਿਰ ਜਿਹੜਾ ਹੈ ਇਹ ਸਾਨੂੰ ਜਿਉਂਦਾ ਵੀ ਰੱਖਦਾ ਹੈ। ਬਾਣੀ ਦੇ ਵਿੱਚ ਇੱਕ ਪਾਤਸ਼ਾਹ ਦਾ ਬਚਨ ਹੈ, ਮਹਾਰਾਜ ਕਹਿੰਦੇ, ਇਹ ਬਸਤੀ ਤਾਂ ਬਸਤ ਸਰੀਰਾ। ਜੇ ਇਹ ਸੰਸਾਰ ਦੀ ਮਾਇਆ, ਮਾਇਆ ਦਾ ਮਤਲਬ ਕੇਵਲ ਰੁਪਈਆ ਪੈਸਾ ਨਹੀਂ ਹੁੰਦਾ, ਮਾਇਆ ਦਾ ਮਤਲਬ ਸਾਰਾ ਸੰਸਾਰ, ਸਾਰੇ ਸੰਸਾਰ ਦਾ ਪਦਾਰਥਵਾਦ। ਕਹਿੰਦੇ ਜੇ ਇਹ ਹੈ ਤੇ ਸਾਡਾ ਸਰੀਰ ਚੱਲਦਾ। ਭੋਜਨ ਤੋਂ ਬਿਨਾਂ ਅਸੀਂ ਰਹਿ ਸਕਦੇ ਹਾਂ? ਬਿਲਕੁਲ ਵੀ ਨਹੀਂ। ਪਾਣੀ ਤੋਂ ਬਿਨਾਂ ਅਸੀਂ ਰਹਿ ਸਕਦੇ ਹਾਂ? ਬਿਲਕੁਲ ਵੀ ਨਹੀਂ। ਅਸੀਂ ਇਕੱਲੇ ਰਹਿ ਸਕਦੇ ਹਾਂ ਸਮਾਜ ਤੋਂ ਬਿਨਾਂ? ਬਿਲਕੁਲ ਵੀ ਨਹੀਂ। ਬੰਦਾ ਇਕੱਲਾ ਹੋ ਜੇ ਨਾ ਤੇ ਬੌਰਿਆਂ ਵਰਗੀ ਸਥਿਤੀ ਹੋ ਜੂ, ਬੌਰਿਆਂ ਵਰਗੀ ਹਾਲਤ ਹੋ ਜੂਗੀ। ਪਰਿਵਾਰ ਹੋਵੇ, ਸਮਾਜ ਹੋਵੇ, ਪਰਿਵਾਰ 'ਚ ਸਮਾਜ 'ਚ ਰਹਿੰਦਾ ਜਿਹੜਾ ਪ੍ਰਾਣੀ ਹੈ, ਜੀਵ ਹੈ, ਉਹ ਜ਼ਿੰਦਗੀ ਜਿਉਂਦਾ ਹੈ। ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਕਿ ਇਕੱਲਾ ਤਾਂ ਵਣਾ 'ਚ ਰੁੱਖ ਨਹੀਂ ਹੋਣਾ ਚਾਹੀਦਾ। ਫਿਰ ਇਹਨੂੰ ਮਹਾਰਾਜ ਨੇ ਜ਼ਹਿਰ ਕਿਉਂ ਕਿਹਾ? ਇਹ ਸੰਸਾਰ ਦੀ ਮਾਇਆ ਨੂੰ ਜ਼ਹਿਰ ਕਿਉਂ ਕਿਹਾ? ਸੰਸਾਰ ਦੇ ਪਦਾਰਥਵਾਦ ਨੂੰ ਜ਼ਹਿਰ ਕਿਉਂ ਕਿਹਾ? ਜਦ ਕਿ ਇਹਦੇ ਬਿਨਾਂ ਗੁਜ਼ਾਰਾ ਵੀ ਨਹੀਂ। ਬਿਲਕੁਲ ਗੁਰੂ ਪਿਆਰਿਓ, ਇਹਦੇ ਬਿਨਾਂ ਗੁਜ਼ਾਰਾ ਵੀ ਨਹੀਂ ਹੈ। ਤੇ ਇਹ ਗੁਰੂ ਪਿਆਰਿਓ ਆਤਮਕ ਮੌਤੇ ਵੀ ਮਾਰਦੀ। ਸਾਨੂੰ ਇਹ ਸਮਝਾਇਆ ਹੈ ਕਿ ਸੰਸਾਰ ਦੇ ਵਿੱਚ ਤੁਸਾਂ ਨੇ ਨਿਰਲੇਪਤਾ ਦੇ ਨਾਲ ਜੀਵਨ ਬਤੀਤ ਕਰਨਾ। ਇੱਕ ਉਦਾਹਰਣ ਹੈ ਗੁਰੂ ਪਿਆਰਿਓ, ਗੁੜ ਦਾ ਕੜਾਹਾ ਭਰਿਆ, ਇੱਕ ਮੱਖੀ ਜਿਹੜੀ ਹੈ ਉਹ ਗੁੜ ਖਾਣ ਵਾਸਤੇ ਆਉਂਦੀ ਹੈ। ਹੁਣ ਸਾਰਾ ਗੁੜ ਤਾਂ ਉਹਨੇ ਖਾ ਨਹੀਂ ਲੈਣਾ, ਲੇਕਿਨ ਉਹਦੇ ਅੰਦਰ ਗੁੜ ਖਾਣ ਦੀ ਤਲਬ ਜਿਹੜੀ ਹੈ, ਇੱਛਾ ਜਿਹੜੀ ਹੈ, ਇੰਨੀ ਜ਼ਿਆਦਾ ਹੈ ਕਿ ਉਹ ਕੜਾਹੇ ਦੇ ਵਿੱਚ ਬਹਿ ਜਾਂਦੀ ਹੈ।
ਜਿਵੇਂ ਸਾਰਾ ਹੀ ਕੜਾਹਾ ਗੁੜ ਦਾ ਖਾਣਾ ਹੁੰਦਾ। ਪਰ ਹੁੰਦਾ ਕੀ ਹੈ, ਜਿੰਨਾ ਕੁ ਉਹਦਾ ਸਰੀਰ ਹੈ ਓਨਾ ਕੁ ਉਹ ਗੁੜ ਖਾ ਲੈਂਦੀ ਹੈ, ਜਿੰਨੀ ਕੁ ਸਮਰੱਥਾ ਹੈ ਓਨਾ ਕੁ ਗੁੜ ਖਾ ਲੈਂਦੀ ਹੈ। ਜਦੋਂ ਉੱਡਣ ਲੱਗਦੀ ਹੈ ਤੇ ਉਹਦੇ ਜਿਹੜੇ ਪੈਰ ਹੈ ਉਹ ਗੁੜ ਦੇ ਵਿੱਚ ਫਸ ਜਾਂਦੇ ਆ, ਚਿਪਕ ਜਾਂਦੇ ਆ। ਫਿਰ ਕੀ ਹੁੰਦਾ ਹੈ, ਫਿਰ ਉਹ ਫੜਫੜਾਉਂਦੀ ਹੈ, ਉਹ ਗੁੜ ਦੇ ਕੜਾਹੇ ਦੇ ਵਿੱਚ ਮਰ ਜਾਂਦੀ ਹੈ, ਉੱਡਿਆ ਨਹੀਂ ਜਾਂਦਾ ਉਹਦੇ ਤੋਂ, ਕਿਉਂਕਿ ਉਹ ਖੁੱਭ ਜਾਂਦੀ ਹੈ ਉਹਦੇ ਵਿੱਚ। ਉਹਦੇ ਪੈਰ ਜਿਹੜੇ ਨੇ ਗੁੜ ਦੇ ਨਾਲ ਚਿਪਕ ਜਾਂਦੇ ਨੇ। ਇੱਕ ਦੂਜੀ ਮੱਖੀ ਆਉਂਦੀ ਹੈ, ਉਹਦੇ ਮਨ ਵਿੱਚ ਵੀ ਗੁੜ ਖਾਣ ਦੀ ਇੱਛਾ ਹੈ, ਪਰ ਉਹ ਕੜਾਹੇ ਦੇ ਕੰਡੇ ਦੇ ਉੱਤੇ ਜਾਂ ਕੜਾਹੇ ਦੇ ਕੁੰਡੇ ਦੇ ਉੱਤੇ ਬਹਿ ਜਾਂਦੀ ਹੈ, ਤੇ ਜਿੰਨਾ ਕੁ ਗੁੜ ਉਹਨੇ ਖਾਣਾ ਨਾ ਉਹਨਾਂ ਕੁ ਕੰਡੇ ਨੂੰ ਜਾਂ ਕੁੰਡੇ ਨੂੰ ਲੱਗਿਆ ਹੀ ਹੁੰਦਾ ਹੈ। ਉਹ ਖਾਂਦੀ ਹੈ ਤੇ ਜਦੋਂ ਉਹਦਾ ਦਿਲ ਕਰਦਾ ਨਾ ਰੱਜ ਜਾਂਦੀ ਹੈ, ਉਦੋਂ ਉੱਡ ਜਾਂਦੀ। ਮਹਾਰਾਜ ਨੇ ਗੁਰੂ ਪਿਆਰਿਓ ਸਾਨੂੰ ਬਸ ਇਸੇ ਤਰ੍ਹਾਂ ਹੀ ਸਮਝਾਇਆ ਵੀ ਇਹ ਸੰਸਾਰ ਜਿਹੜਾ ਇਹ ਗੁੜ ਦਾ ਭਰਿਆ ਕੜਾਹਾ ਹੈ, ਸਾਰਾ ਤੁਸੀਂ ਖਾ ਨਹੀਂ ਸਕਦੇ, ਇਸ ਕਰਕੇ ਇਹਦੇ ਵਿੱਚ ਖੁੱਭਣ ਦਾ ਯਤਨ ਨਾ ਕਰੋ। ਤੇ ਜਦੋਂ ਇਹਦੇ ਚ ਖੁੱਭ ਗਏ ਫਿਰ ਕਹਿੰਦੇ ਮਰ ਜਾਓਗੇ। ਇਸ ਕਰਕੇ ਇਹਨੂੰ ਜ਼ਹਿਰ ਵੀ ਆਖਿਆ, ਕਿਉਂਕਿ ਮਾਰ ਦਿੰਦਾ ਨਾ, ਜਿਹੜਾ ਇਹਦੇ ਚ ਖੁੱਭ ਜਾਂਦਾ ਉਹਨੂੰ ਮਾਰ ਦਿੰਦਾ। ਇਸ ਕਰਕੇ ਵਿਖਿਆ ਕਿਹਾ ਇਹਨੂੰ ਮਾਇਆ। ਮਹਾਰਾਜ ਕਹਿੰਦੇ ਭਾਈ ਇਹਦੇ ਨਾਲ ਕੋਈ ਨਹੀਂ ਰੱਜਿਆ ਅੱਜ ਤੱਕ, ਜੇ ਰੱਜਿਆ ਤਾਂ ਦੱਸ ਦੇ। ਕੋਈ ਨਹੀਂ ਰੱਜਿਆ। ਅਰਬਾਂ ਖਰਬਾਂ ਪਤੀ ਲੋਕ ਇੱਥੇ ਤੁਰੇ ਫਿਰਦੇ ਆ, ਕੀ ਉਹਨਾਂ ਨੂੰ ਰੱਜ ਆ ਗਿਆ ਪੈਸੇ ਨਾਲ? ਅਜੇ ਹੋਰ ਅਜੇ ਹੋਰ ਅਜੇ ਹੋਰ ਅਜੇ ਹੋਰ, ਇੱਥੋਂ ਵੀ ਕਮਾ ਲਈਏ ਇੱਥੋਂ ਵੀ ਕਮਾ ਲਈਏ। ਪਤਾ ਲੱਗ ਜੇ ਸਹੀ ਵੀ ਇੱਥੇ ਮੁਨਾਫਾ ਹੈ, ਚਾਹੇ ਲਹੂ ਲੋਕਾਂ ਦਾ ਜਿਹੜਾ ਹੈ ਉਹ ਪੀੜਿਆ ਹੀ ਜਾਂਦਾ ਹੋਵੇ, ਕਹਿੰਦੇ ਫਿਰ ਕੀ ਹੋ ਗਿਆ, ਲਹੂ ਪੀੜਿਆ ਜਾਊਗਾ ਤਾਂ ਲਹੂ ਚੂਸਿਆ ਜਾਊਗਾ, ਮੁਨਾਫਾ ਤਾਂ ਮਿਲਦਾ ਹੈ ਨਾ, ਕਮਾਓ। ਤ੍ਰਿਸ਼ਨਾ ਨਹੀਂ ਬੁਝਦੀ ਹੈ, ਤ੍ਰਿਪਤੀ ਨਹੀਂ ਮਿਲਦੀ ਹੈ। ਇੱਕ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਕਹਿੰਦੇ ਨੇ, ਕਹਿੰਦੇ ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ। ਇਸ ਗੱਲ ਨੂੰ ਸਮਝਾਉਣ ਵਾਸਤੇ ਸਤਿਗੁਰਾਂ ਨੇ ਇੱਕ ਉਦਾਹਰਣ ਦਿੱਤੀ ਹੈ ਅਗਲੀ ਪੰਕਤੀ 'ਚ। ਕਹਿੰਦੇ ਜਿਉਂ ਪਾਵਕ ਇੰਧਨ ਨਹੀਂ ਤਰਾਪੈ। ਪਾਵਕ ਕਹਿੰਦੇ ਨੇ ਗੁਰੂ ਪਿਆਰਿਓ ਅੱਗ ਨੂੰ, ਤੇ ਇੰਧਨ ਦਾ ਮਤਲਬ ਹੈ ਬਾਲਣ। ਇੰਧਨ ਕਹਿੰਦੇ ਨੇ ਬਾਲਣ ਨੂੰ। ਕਹਿੰਦੇ ਜਿਉਂ ਪਾਵਕ ਇੰਧਨ ਨਹੀਂ ਤਰਾਪੈ। ਤਰਾਪੈ ਦਾ ਮਤਲਬ ਹੁੰਦਾ ਤ੍ਰਿਪਤ ਹੋਣਾ। ਕਹਿੰਦੇ ਜਿਵੇਂ ਅੱਗ ਲੱਕੜ ਦੇ ਨਾਲ ਤ੍ਰਿਪਤ ਨਹੀਂ ਹੁੰਦੀ, ਜਿਵੇਂ ਅੱਗ ਲੱਕੜ ਦੇ ਨਾਲ ਰੱਜਦੀ ਨਹੀਂ ਹੈ। ਹੁਣ ਅੱਗ ਦੀ ਖੁਰਾਕ ਕੀ ਹੈ ਗੁਰੂ ਪਿਆਰਿਓ? ਅੱਗ ਦੀ ਖੁਰਾਕ ਜਿਹੜੀ ਹੈ ਉਹ ਬਾਲਣ ਹੈ, ਚਾਹੇ ਕਿਸੇ ਰੂਪ 'ਚ ਹੋਵੇ, ਚਾਹੇ ਘਿਓ ਦੇ ਰੂਪ 'ਚ ਹੋਵੇ, ਤੇਲ ਦੇ ਰੂਪ 'ਚ ਹੋਵੇ, ਲੱਕੜ ਦੇ ਰੂਪ 'ਚ ਹੋਵੇ, ਰਬੜ ਦੇ ਰੂਪ 'ਚ ਹੋਵੇ, ਘਾਹ ਫੂਸ ਦੇ ਰੂਪ ਦੇ ਵਿੱਚ ਹੋਵੇ। ਅੱਗ ਦੀ ਖੁਰਾਕ ਜਿਹੜੀ ਹੈ ਉਹ ਬਾਲਣ ਹੈ। ਅੱਗ ਬਲਦੀ ਹੈ। ਜੇ ਆਪਾਂ ਆਖੀਏ ਵੀ ਅੱਗ ਬਲਦੀ ਹੈ, ਇਹਦੀ ਭੁੱਖ ਸ਼ਾਂਤ ਕਰ ਦਈਏ, ਇਹਦੇ 'ਚ ਹੋਰ ਬਾਲਣ ਸੱਟ ਦਈਏ, ਇਹ ਬੁਝ ਰਹੀ ਹੈ, ਇਹਨੂੰ ਬੁਝਣ ਨਹੀਂ ਦੇਣਾ, ਇਹਦੀ ਭੁੱਖ ਦੂਰ ਕਰ ਦਈਏ, ਹੋਰ ਬਾਲਣ ਪਾ ਦਈਏ ਤਾਂ ਕਿ ਇਹ ਬੁਝ, ਕਿਤੇ ਬੁਝੇਗੀ ਅੱਗ ਗੁਰੂ ਪਿਆਰੇ, ਵੀ ਅੱਗ ਰੱਜ ਜੂਗੀ। ਜਿੰਨਾ ਬਾਲਣ ਸੁੱਟਾਂਗੇ ਨਾ ਅੱਗ ਦੇ ਵਿੱਚ, ਅੱਗ ਜਿਹੜੀ ਆ ਹੋਰ ਜ਼ਿਆਦਾ ਭੜਕੂਗੀ। ਜਿੰਨਾ ਮਰਜ਼ੀ ਬਾਲਣ ਸੁੱਟੀ ਜਾਓ, ਅੱਗ ਨੇ ਕਦੇ ਬੁਝਣਾ ਨਹੀਂ ਗੁਰੂ ਪਿਆਰਿਓ, ਅੱਗ ਹੋਰ ਭੜਕੂਗੀ, ਹੋਰ ਬਲੂਗੀ। ਇਵੇਂ ਮਨੁੱਖ ਦੀਆਂ ਜ਼ਰੂਰਤਾਂ ਨੇ, ਜਿੰਨੀਆਂ ਵਧਾ ਲਓ ਓਨੀਆਂ ਵੱਧਦੀਆਂ ਜਾਂਦੀਆਂ। 5000 ਆਮਦਨ ਹੈ, 5000 ਦੇ ਨਾਲ ਗੁਜ਼ਾਰਾ ਹੁੰਦਾ। ਬੰਦਾ ਕਹਿੰਦਾ ਜੀ ਆਮਦਨ ਬੜੀ ਘੱਟ ਹੈ, ਗੁਜ਼ਾਰਾ ਮੁਸ਼ਕਲ ਦੇ ਨਾਲ ਹੀ ਹੁੰਦਾ। ਕਿੰਨੀ ਆਮਦਨ ਚਾਹੀਦੀ ਹੈ? ਕਹਿੰਦਾ 10,000 ਤਾਂ ਹੋਵੇ। 10,000 ਆਮਦਨ ਹੋ ਗਈ, ਫੇਰ ਪੁੱਛੋ ਵੀ ਠੀਕ ਹੈ? ਕਹਿੰਦਾ ਨਹੀਂ ਜੀ 10,000 ਤਾਂ ਬੜੀ ਘੱਟ ਹੈ, ਗੁਜ਼ਾਰਾ ਬੜਾ ਮੁਸ਼ਕਲ ਨਾਲ ਹੀ ਹੁੰਦਾ ਹੈ, 20,000 ਹੋਣੀ ਚਾਹੀਦੀ ਹੈ। ਕਿਸੇ ਦੀ 20,000 ਆ, ਉਹਨੂੰ ਪੁੱਛੋ, ਕਹਿੰਦਾ ਨਹੀਂ ਜੀ ਘੱਟ ਹੈ ਜੀ, 40,000 ਚਾਹੀਦਾ ਹੈ। 40,000 ਵਾਲੇ ਨੂੰ ਪੁੱਛੋ, ਕਹਿੰਦਾ 80,000 ਚਾਹੀਦਾ ਹੈ। 80,000 ਵਾਲੇ ਨੂੰ ਪੁੱਛੋ, ਕਹਿੰਦਾ ਜੀ ਲੱਖ ਚਾਹੀਦਾ, 2.5 ਲੱਖ ਚਾਹੀਦਾ, 2 ਲੱਖ ਚਾਹੀਦਾ। ਕਿਉਂ? ਕਿਉਂਕਿ ਜਿਵੇਂ ਜਿਵੇਂ ਆਮਦਨ ਵੱਧਦੀ ਜਾਂਦੀ ਹੈ, ਉਵੇਂ ਉਵੇਂ ਜ਼ਰੂਰਤਾਂ ਵੱਧਦੀਆਂ ਜਾਂਦੀਆਂ, ਤੇ ਜਦੋਂ ਜ਼ਰੂਰਤਾਂ ਵੱਧਦੀਆਂ ਜਾਂਦੀਆਂ ਤੇ ਆਮਦਨ ਫਿਰ ਘੱਟ ਪੈਂਦੀ ਨਜ਼ਰ ਆਉਂਦੀ ਹੈ। ਜ਼ਰੂਰਤਾਂ ਵਧਾਉਣੀਆਂ ਗੁਰੂ ਪਿਆਰਿਓ ਜਿਹੜੀਆਂ ਸੌਖੀਆਂ, ਲੇਕਿਨ ਘਟਾਉਣੀਆਂ ਬਹੁਤ ਔਖੀਆਂ। ਆਮਦਨ ਜਦੋਂ ਘਟ ਜਾਂਦੀ ਹੈ ਨਾ, ਉਦੋਂ ਜ਼ਰੂਰਤਾਂ ਜਿਹੜੀਆਂ ਘਟਾਉਣੀਆਂ ਬਹੁਤ ਔਖੀਆਂ ਹੋ ਜਾਂਦੀਆਂ, ਵਧਾਉਣੀਆਂ ਸੌਖੀਆਂ ਹੁੰਦੀਆਂ। ਪਰ ਜਿਵੇਂ ਗੁਰੂ ਪਿਆਰਿਓ ਅੱਗ ਜਿਹੜੀ ਹੈ ਬਾਲਣ ਦੇ ਨਾਲ ਨਹੀਂ ਨਾ ਰੱਜਦੀ, ਇਵੇਂ ਮਨ ਨੂੰ ਜਿੰਨਾ ਮਰਜ਼ੀ ਗੁਰੂ ਪਿਆਰਿਓ ਅਸੀਂ ਜ਼ਰੂਰਤਾਂ ਪੂਰੀਆਂ ਕਰ ਕਰਕੇ ਦੇਈ ਜਾਈਏ, ਇਹਦੀਆਂ ਜ਼ਰੂਰਤਾਂ ਵੱਧਦੀਆਂ ਹੀ ਜਾਂਦੀਆਂ, ਵੱਧਦੀਆਂ ਹੀ ਜਾਂਦੀਆਂ। ਜੇ ਕਿਸੇ ਨੂੰ 2000 ਦਾ ਗੁਰੂ ਪਿਆਰਿਓ ਕੱਪੜਾ ਪਾਉਣ ਦੀ ਜਿਹੜੀ ਹੈ ਨਾ ਸਮਰੱਥਾ ਹੈ ਕਿਸੇ 'ਚ, ਉਹ ਕਹਿੰਦਾ ਨਹੀਂ ਘੱਟ ਹੈ, 4000 ਦਾ ਹੋਣਾ ਚਾਹੀਦਾ।
ਜੇ ਕਿਸੇ 'ਚ 4000 ਦਾ ਕੱਪੜਾ ਪਾਉਣ ਦੀ ਸਮਰੱਥਾ ਹੈ, 4000 ਦਾ ਪਾਉਂਦਾ ਹੈ, ਉਹ ਵੀ ਤ੍ਰਿਪਤ ਨਹੀਂ ਹੈ। ਉਹ ਵੀ ਕਹਿੰਦਾ 4000 ਘੱਟ ਹੈ, 8000 10000 ਦਾ ਸੂਟ ਹੋਣਾ ਚਾਹੀਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਜਿਵੇਂ ਕਹਿੰਦੇ ਅੱਗ ਬਾਲਣ ਦੇ ਨਾਲ ਨਹੀਂ ਰੱਜਦੀ। ਪਾਵਕ ਦਾ ਮਤਲਬ ਅੱਗ, ਈਂਧਣ ਦਾ ਮਤਲਬ ਹੈ ਬਾਲਣ, ਤੇ ਧਰਾਪਾ ਦਾ ਮਤਲਬ ਹੈ ਰੱਜਣਾ, ਤ੍ਰਿਪਤ ਹੋਣਾ। ਕਹਿੰਦੇ ਜਿਵੇਂ ਅੱਗ ਬਾਲਣ ਦੇ ਨਾਲ ਤ੍ਰਿਪਤ ਨਹੀਂ ਹੁੰਦੀ, ਇਵੇਂ ਭਾਈ ਇਹ ਜਿਹੜਾ ਸੰਸਾਰ ਦਾ ਪਦਾਰਥਵਾਦ ਹੈ, ਇਹ ਬੰਦੇ ਨੂੰ ਸ਼ਾਂਤ ਨਹੀਂ ਕਰ ਸਕਦਾ, ਤ੍ਰਿਪਤ ਨਹੀਂ ਕਰ ਸਕਦਾ। ਵੱਡੇ ਵੱਡੇ ਇਸ ਸੰਸਾਰ ਦੇ ਵਿੱਚ ਸਰਮਾਏਦਾਰ ਬੈਠੇ ਹੈ, ਕੀ ਉਹਨਾਂ ਨੂੰ ਰੱਜ ਆ ਗਿਆ? ਲੱਖਾਂ ਕਰੋੜਾਂ ਅਰਬਾਂ ਖਰਬਾਂ ਦੇ ਮਾਲਕ ਬੈਠੇ ਹੈ, ਕੀ ਉਹਨਾਂ ਨੂੰ ਰੱਜ ਆ ਗਿਆ? ਨਹੀਂ ਆਇਆ, ਆ ਹੀ ਨਹੀਂ ਸਕਦਾ। ਗੁਰੂ ਪਿਆਰਿਓ, ਰੱਜ ਕਿਹਦੇ ਨਾਲ ਆਉਂਦਾ? ਰੱਜ ਸੰਤੋਖ ਨਾਲ ਆਉਂਦਾ ਹੈ। ਸੁਖਮਨੀ ਸਾਹਿਬ ਪੜ੍ਹਦੇ ਆ ਨਾ, ਉਹਦੇ ਵਿੱਚ ਪਾਤਸ਼ਾਹ ਕਹਿੰਦੇ ਬਿਨਾਂ ਸੰਤੋਖ ਨਹੀਂ ਕੋਈ ਰੱਜ ਹੈ। ਬਿਨਾਂ ਸੰਤੋਖ ਤੋਂ ਕੋਈ ਰੱਜ ਹੀ ਨਹੀਂ ਸਕਦਾ। ਜਿਹਨੂੰ ਸੰਤੋਖ ਮਿਲ ਗਿਆ ਨਾ ਗੁਰੂ ਪਿਆਰਿਓ, ਉਹਨੇ ਹੱਥ ਦੇ ਉੱਤੇ 2 ਫੁਲਕੇ ਖਾ ਕੇ ਵੀ ਕਹਿਣਾ ਹੈ, ਹੇ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ, ਆਨੰਦ ਆ ਗਿਆ। ਤੇ ਜਿਹਨੂੰ ਗੁਰੂ ਪਿਆਰਿਓ ਸੰਤੋਖ ਨਹੀਂ ਹੈ, ਉਹਨੂੰ 36 ਪਕਵਾਨ ਮਿਲ ਜਾਣ, ਕਹਿੰਦਾ ਨਾ ਵੀ ਗੱਲ ਨਹੀਂ ਬਣੀ ਹੈ, ਆ ਸਵਾਦ ਜਾਂ ਨਹੀਂ ਆਇਆ, ਸਵਾਦ ਨਹੀਂ ਆਇਆ। ਤੇ ਜਿਹਨੂੰ ਸੰਤੋਖ ਹੈ, ਉਹਨੂੰ ਜੇ ਗੁਰੂ ਪਿਆਰਿਓ ਬੇਹੀ ਰੋਟੀ ਕਿਤੇ ਮਿਰਚਾਂ ਦੀ ਚਟਣੀ ਨਾਲ ਮਿਲ ਗਈ, ਉਹਨੇ ਖਾ ਕੇ ਕਹਿਣਾ ਠੀਕ ਹੈ, ਬਸ ਰੱਜ ਗਏ, ਤ੍ਰਿਪਤ ਆ ਗਏ। ਗੱਲ ਮਨ ਰੱਜਣ ਦੀ ਹੈ ਗੁਰੂ ਪਿਆਰਿਓ। ਜੇ ਮਨ ਰੱਜ ਗਿਆ ਤੇ ਸਮਝ ਲਓ ਸ਼ਾਂਤੀ ਮਿਲ ਗਈ। ਮਨ ਨਹੀਂ ਰੱਜਿਆ ਤੇ ਮਨ ਸ਼ਾਂਤ ਨਹੀਂ ਹੁੰਦਾ ਗੁਰੂ ਪਿਆਰਿਓ। ਜ਼ਰੂਰਤਾਂ ਵਧੀ ਜਾਂਦੀਆਂ, ਮੰਗਾਂ ਵਧੀ ਜਾਂਦੀਆਂ। ਇੱਕ ਪੂਰੀ ਹੋ ਗਈ, ਦੂਜੀ ਖੜੀ ਹੋ ਗਈ, ਦੂਜੀ ਪੂਰੀ ਹੋ ਗਈ, ਤੀਜੀ ਖੜੀ ਹੋ ਗਈ, ਤੀਜੀ ਪੂਰੀ ਹੋ ਗਈ, ਚੌਥੀ ਖੜੀ ਹੋ ਗਈ। ਹੁਣ ਸਵਾਲ ਪੈਦਾ ਹੁੰਦਾ ਹੈ ਵੀ ਮਹਾਰਾਜ ਫਿਰ ਰੱਜਣ ਦਾ ਤਰੀਕਾ ਕੀ ਹੈ? ਕਿਵੇਂ ਰੱਜ ਸਕਦਾ ਬੰਦਾ? ਤੁਸੀਂ ਕਹਿੰਦੇ ਹੋ ਪਦਾਰਥਵਾਦ ਦੇ ਨਾਲ ਕੋਈ ਰੱਜ ਨਹੀਂ ਸਕਦਾ। ਜੇ ਪਦਾਰਥਵਾਦ ਨਾਲ ਕੋਈ ਰੱਜ ਨਹੀਂ ਸਕਦਾ, ਮਹਾਰਾਜ ਫਿਰ ਬੰਦਾ ਰੱਜੂ ਕਿਹਦੇ ਨਾਲ? ਕਿਹਦੇ ਨਾਲ ਤ੍ਰਿਪਤ ਹੋ ਸਕਦਾ ਹੈ? ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਿਨ ਹਰ ਕਹਾ ਅਗਾਈ। ਬਿਨ ਹਰ ਕਹਾ ਅਗਾਈ। ਅਗਾਈ ਦਾ ਮਤਲਬ ਵੀ ਰੱਜਣਾ ਹੀ ਹੈ। ਦੇਖੋ ਰੱਜਣ ਲਈ ਕਿੰਨੇ ਸ਼ਬਦ ਵਰਤੇ, ਰੱਜ ਲਈ ਕਿੰਨੇ ਸ਼ਬਦ ਵਰਤੇ ਆ। ਧਰਾਪਾ, ਅਗਾਈ, ਇਹ ਸਾਰੇ ਗੁਰੂ ਪਿਆਰਿਓ ਰੱਜ ਦੇ ਅਰਥ ਸ਼ਬਦ ਨੇ। ਕਹਿੰਦੇ ਬਿਨ ਹਰ ਕਹਾ ਅਗਾਈ, ਬਿਨਾ ਪਰਮੇਸ਼ਵਰ ਤੋਂ ਕਿੱਥੇ ਕੋਈ ਰੱਜ ਸਕਦਾ ਹੈ? ਇਹ ਤਾਂ ਵਾਹਿਗੁਰੂ ਦਾ ਨਾਮ ਹੀ ਹੈ ਗੁਰੂ ਪਿਆਰਿਓ। ਜੇ ਕਿਸੇ ਨੂੰ ਮਿਲ ਜੇ ਤੇ ਸੰਤੋਖ ਆ ਜਾਂਦਾ, ਤੇ ਸੰਤੋਖ ਬੰਦੇ ਨੂੰ ਰਜਾ ਦਿੰਦਾ ਹੈ, ਵਰਨਾ ਬੰਦਾ ਨਹੀਂ ਰੱਜਦਾ ਹੈ, ਵਰਨਾ ਮਨੁੱਖ ਨਹੀਂ ਰੱਜਦਾ ਗੁਰੂ ਪਿਆਰਿਓ। ਇਹ ਤਾਂ ਕਰਤਾਰ ਦਾ, ਪਰਮੇਸ਼ਵਰ ਦਾ ਨਾਮ ਹੈ, ਭਜਨ ਹੈ, ਬੰਦਗੀ ਹੈ। ਜੇ ਕਿਤੇ ਜੀਵਨ ਚ ਆ ਜਾਏ ਤਾਂ ਸੰਤੁਸ਼ਟੀ ਹੋ ਜਾਂਦੀ ਹੈ। ਤੇ ਜਿਹਦੀ ਸੰਤੁਸ਼ਟੀ ਹੋ ਗਈ, ਜਿਹਨੂੰ ਰੱਜ ਆ ਗਿਆ, ਸਮਝ ਲਓ ਗੁਰੂ ਪਿਆਰਿਓ ਉਹਦੇ ਮਨ ਚ ਨਾਮ ਆ ਗਿਆ, ਵਸ ਗਿਆ, ਪਰਮੇਸ਼ਵਰ ਨਾਲ ਜੁੜਿਆ। ਅੱਜ ਦੇਖਦੇ ਆ ਨਾ ਵੱਡੇ ਵੱਡੇ ਡੇਰੇਦਾਰ, ਇਹਨਾਂ ਦੇ ਮਨ ਚ ਵੀ ਰੱਜ ਨਹੀਂ। ਗੱਲ ਨਾਮ ਦੀ ਕਰਦੇ ਆ ਪਰ ਰੱਜ ਹੈ ਨਹੀਂ। ਕਿੱਥੋਂ ਪਤਾ ਲੱਗਦਾ ਰੱਜ ਹੈ ਨਹੀਂ? ਵਿਸਥਾਰ ਕਰੀ ਜਾਂਦੇ ਆ ਡੇਰਿਆਂ ਦਾ। ਉਹਦੀ ਜ਼ਮੀਨ ਵੀ ਵਲ ਲਈ, ਉਹਦੀ ਜ਼ਮੀਨ ਵੀ ਵਲ ਲਈ, ਉਹਦੀ ਜ਼ਮੀਨ ਵੀ ਵਲ ਲਈ, ਉੱਥੇ ਵੀ ਜ਼ਮੀਨ ਲੈ ਲਈ, ਉੱਥੇ ਵੀ ਜ਼ਮੀਨ ਲੈ ਲਈ, ਕਿਤੇ ਸਰਕਾਰ ਤੋਂ ਲੈ ਲਈ, ਕਿਤੇ ਲੋਕਾਂ ਤੋਂ ਖਰੀਦ ਲਈ। ਕਹਿੰਦੇ ਜੀ ਨਾਮ ਜਪਣਾ ਚਾਹੀਦਾ। ਵੀ ਨਾਮ ਜਪਣ ਵਾਲਾ ਤਾਂ ਰੱਜ ਜਾਂਦਾ, ਤੇ ਰੱਜ ਤਾਂ ਹੈ ਹੀ ਨਹੀਂ ਹੈ। ਵਿਸਥਾਰਵਾਦਾ ਜਿਹੜਾ ਮਨ ਦੇ ਵਿੱਚ ਪਿਆ ਹੋਇਆ, ਵਿਸਥਾਰਵਾਦੀ ਰੁਚੀ ਜਿਹੜੀ ਹੈ, ਉਹ ਤਾਂ ਮਨ ਚ ਪਈ ਹੋਈ ਹੈ। ਤ੍ਰਿਪਤੀ ਕਿੱਥੇ ਹੈ? ਤ੍ਰਿਪਤੀ ਨਹੀਂ ਹੈ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿੱਥੇ ਨਾਮ ਹੈ ਉੱਥੇ ਗੁਰੂ ਪਿਆਰਿਓ ਰੱਜ ਹੈ। ਜਿੱਥੇ ਰੱਜ ਨਹੀਂ ਹੈ, ਸਮਝੋ ਉੱਥੇ ਨਾਮ ਨਹੀਂ ਹੈ। ਜਿੱਥੇ ਤ੍ਰਿਪਤੀ ਨਹੀਂ ਹੈ, ਜਿੱਥੇ ਰੱਜ ਨਹੀਂ ਹੈ, ਉੱਥੇ ਨਾਮ ਨਹੀਂ ਹੈ। ਜਿੱਥੇ ਨਾਮ ਹੈ, ਜਿੱਥੇ ਭਜਨ ਹੈ, ਜਿੱਥੇ ਬੰਦਗੀ ਹੈ, ਉੱਥੇ ਤ੍ਰਿਪਤੀ ਹੈ ਗੁਰੂ ਪਿਆਰਿਓ, ਸ਼ਾਂਤੀ ਹੈ। ਉੱਥੇ ਠੰਡਕ ਹੈ, ਉੱਥੇ ਕਲੇਸ਼ ਨਹੀਂ ਹੈ, ਉੱਥੇ ਗੁਰੂ ਪਿਆਰਿਓ ਝੰਝਟਪੁਣਾ ਨਹੀਂ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਰਹਾਉ ਦੀ ਪੰਕਤੀ ਦੇ ਵਿੱਚ ਗੁਰੂ ਪਿਆਰਿਓ ਸਾਨੂੰ ਸਮਝਾਉਂਦੇ ਆ। ਸਮੁੱਚੇ ਸ਼ਬਦ ਵਿੱਚ ਕੀ ਦੱਸਦੇ ਨੇ, ਆਓ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ 'ਚ ਜੁੜੇ ਬੈਠੇ ਆ, ਮਨੋਵਰਤੀਆਂ ਇਕਾਗਰ ਕਰ ਲਈਏ। ਗੁਰੂ ਕੇ ਸ਼ਬਦ 'ਚ ਧਿਆਨ ਜੋੜਦੇ ਆ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ
ਮਹੱਲਾ ਪੰਜਵਾਂ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਕੀ ਤ੍ਰਿਸ਼ਨ ਨਾ ਬੂਜੀ। ਧਨਾਸਰੀ ਗੁਰੂ ਪਿਆਰਿਓ ਰਾਗ ਦਾ ਨਾਂ ਹੈ। ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ। ਕਹਿੰਦੇ ਵੱਡੇ ਵੱਡੇ ਰਾਜਨ ਅਰ ਭੂਮਨ। ਅਰ ਦਾ ਮਤਲਬ ਹੈ ਅਤੇ, ਰਾਜਨ ਦਾ ਮਤਲਬ ਹੈ ਰਾਜੇ, ਤੇ ਭੂਮਨ ਦਾ ਮਤਲਬ ਹੈ ਜ਼ਮੀਨ ਵਾਲੇ, ਜ਼ਮੀਨਾਂ ਦੇ ਮਾਲਕ। ਕਹਿੰਦੇ ਵੱਡੇ ਵੱਡੇ ਰਾਜਨ ਅਰ ਭੂਮਨ, ਤਾ ਕੀ ਤ੍ਰਿਸ਼ਨ ਨਾ ਬੂਝੀ। ਬੂਝੀ ਇੱਕ ਸ਼ਬਦ ਹੈ ਗੁਰੂ ਪਿਆਰਿਓ, ਬੁਝਾ, ਬੁਝ। ਇੱਕ ਸ਼ਬਦ ਹੈ ਬੁੱਝ। ਕਹਿੰਦੇ ਮੋਮਬੱਤੀ ਬੁਝ ਗਈ, ਤੂੰ ਮੇਰੀ ਗੱਲ ਬੁੱਝ। ਦੋਵਾਂ ਦੇ ਅਰਥਾਂ 'ਚ ਫਰਕ ਹੈ ਗੁਰੂ ਪਿਆਰਿਓ। ਬੁੱਝ ਦਾ ਮਤਲਬ ਹੈ ਬੁੱਝ ਗਈ, ਖਤਮ ਹੋ ਗਈ, ਤੇ ਬੁੱਝ ਦਾ ਮਤਲਬ ਹੈ ਸਮਝ। ਤੂੰ ਮੇਰੀ ਗੱਲ ਬੁੱਝ, ਮੋਮਬੱਤੀ ਬੁੱਝ ਗਈ। ਇੱਥੇ ਜਿਹੜਾ ਸ਼ਬਦ ਹੈ ਨਾ ਗੁਰੂ ਪਿਆਰਿਓ ਬੂਝੀ, ਇਹ ਬੁਝਣ ਦੇ ਅਰਥਾਂ 'ਚ ਹੈ, ਖਤਮ ਹੋਣ ਦੇ ਅਰਥਾਂ 'ਚ ਹੈ। ਕਹਿੰਦੇ ਵੱਡੇ ਵੱਡੇ ਰਾਜਨ ਔਰ ਭੂਮਨ, ਤਾਕੀ ਤ੍ਰਿਸ਼ਨ ਨਾ ਬੂਝੀ। ਕਹਿੰਦੇ ਐ ਭਾਈ ਪੁਰਖੋ, ਵੱਡੇ ਵੱਡੇ ਰਾਜੇ, ਵੱਡੇ ਵੱਡੇ ਜ਼ਮੀਨਾਂ ਦੇ ਮਾਲਕ, ਇਹਨਾਂ ਦੀ ਵੀ ਤ੍ਰਿਸ਼ਨਾ ਕਦੇ ਨਹੀਂ ਬੁਝੀ ਹੈ। ਜੇ ਬੁਝੀ ਹੈ ਤਾਂ ਦੱਸ ਦਿਓ। ਇੱਕ ਕਿੱਲਾ ਬਣਾ ਲਿਆ, ਕਹਿੰਦਾ 2 ਹੋਣੇ ਚਾਹੀਦੇ ਹੈ। 2 ਕਿੱਲੇ ਬਣਾ ਲਏ, ਕਹਿੰਦਾ 3 ਹੋਣੇ ਚਾਹੀਦੇ ਹੈ, 4 ਹੋਣੇ ਚਾਹੀਦੇ ਹੈ, 8 ਹੋਣੇ ਚਾਹੀਦੇ ਹੈ, 20 ਹੋਣੇ ਚਾਹੀਦੇ ਹੈ, 50 ਹੋਣੇ ਚਾਹੀਦੇ ਹੈ, 100 ਹੋਣੇ ਚਾਹੀਦੇ ਹੈ। ਜਿਹਦੇ ਕੋਲੇ 100 ਹੈ ਉਹ ਵੀ ਕਹਿੰਦਾ ਹੈ ਕਿ ਫਲਾਣੇ ਕੋਲੇ 200 ਹੈ, ਮੇਰੇ ਕੋਲੇ ਵੀ 200 ਹੋਣਾ ਚਾਹੀਦਾ ਹੈ। ਜੇ ਪਿੰਡ ਦਾ ਕੋਈ ਸਰਪੰਚ ਬਣ ਗਿਆ ਨਾ, ਪਹਿਲਾਂ ਤਾਂ ਬੰਦਾ ਇੱਛਾ ਰੱਖਦਾ ਕਿ ਮੈਂ ਪਿੰਡ ਦਾ ਸਰਪੰਚ ਬਣਾ। ਜੇ ਸਰਪੰਚ ਬਣ ਗਿਆ ਨਾ, ਫੇਰ ਵੀ ਗੁਰੂ ਪਿਆਰਿਓ ਤਮੰਨਾ ਖਤਮ ਨਹੀਂ ਹੁੰਦਾ। ਕਹਿੰਦੇ ਜੇ ਕਿਤੇ ਵਾਹਿਗੁਰੂ ਮੈਨੂੰ MLA ਬਣਾ ਦੇ ਨਾ, ਫੇਰ ਗੱਲ ਹੈ। MLA ਵੀ ਬਣ ਗਿਆ, ਕਹਿੰਦਾ ਵੀ MLA ਤਾਂ ਬਣ ਗਏ, ਜੇ ਕਿਤੇ ਵਾਹਿਗੁਰੂ ਕਿਰਪਾ ਕਰਦੇ ਮੰਤਰੀ ਬਣਾ ਦੇਣਾ, ਫੇਰ ਕਹਿੰਦੇ ਗੱਲ ਬਣੂਗੀ। ਵਾਹਿਗੁਰੂ ਨੇ ਕਿਰਪਾ ਕੀਤੀ, ਮੰਤਰੀ ਬਣ ਗਿਆ। ਕਹਿੰਦਾ ਬਈ ਥੋੜੇ ਜਿਹੇ ਸਮੇਂ ਬਾਅਦ ਮੰਤਰੀ ਵੀ ਬਸ ਗੱਲ ਜੀ ਨਹੀਂ ਹੈ, ਜੇ ਕਿਤੇ ਮੁੱਖ ਮੰਤਰੀ ਬਣ ਜਾਈਏ ਨਾ, ਫੇਰ ਗੱਲ ਬਣੂਗੀ। ਫੇਰ ਮੁੱਖ ਮੰਤਰੀ ਬਣਨ ਵਾਸਤੇ ਯਤਨ ਕਰ ਦਿੰਦੇ। ਮੁੱਖ ਮੰਤਰੀ ਵੀ ਬਣ ਗਿਆ, ਕਹਿੰਦੇ ਨਹੀਂ ਨਹੀਂ ਗੱਲ ਨਹੀਂ ਹੈ, ਜੇ ਕਿਤੇ ਪ੍ਰਧਾਨ ਮੰਤਰੀ ਬਣ ਜਾਈਏ ਨਾ, ਫੇਰ ਗੱਲ ਬਣੂਗੀ। ਕਿਉਂ? ਕਿਉਂਕਿ ਮਹਾਰਾਜ ਕਹਿੰਦੇ ਵੱਡੇ ਵੱਡੇ ਰਾਜਨ ਔਰ ਭੂਮਨ, ਤਾਕੀ ਤ੍ਰਿਸ਼ਨ ਨਾ ਬੂਝੀ। ਉਹ ਭਾਈ ਸਿੱਖੋ, ਇਹ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕਹਿ ਰਹੇ ਨੇ, ਭਾਈ ਸਿੱਖੋ ਇਸ ਕਰਕੇ ਕਿਉਂਕਿ ਵੱਡੇ ਵੱਡੇ ਰਾਜਿਆਂ ਦੀ, ਵੱਡੇ ਵੱਡੇ ਜ਼ਮੀਨਾਂ ਦੇ ਮਾਲਕਾਂ ਦੀ, ਭੂਮੀਪਤੀਆਂ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਕਦੇ ਨਹੀਂ ਬੁਝੀ ਹੈ, ਔਰ ਬੁਝਣੀ ਵੀ ਨਹੀਂ ਹੈ ਗੁਰੂ ਪਿਆਰੇ। ਜੇ ਆਪਾਂ ਆਖੀਏ ਨਾ ਬੁਝ ਜੂਗੀ, ਇਹ ਬੁਝਣੀ ਵੀ ਨਹੀਂ ਹੈ। ਨਾ ਰਾਜ ਦੇ ਨਾਲ ਤ੍ਰਿਸ਼ਨਾ ਬੁਝਦੀ ਹੈ, ਨਾ ਜ਼ਮੀਨਾਂ ਦੇ ਨਾਲ ਤ੍ਰਿਸ਼ਨਾ ਬੁਝਦੀ ਹੈ, ਨਾ ਦੌਲਤ ਨਾਲ ਤ੍ਰਿਸ਼ਨਾ ਬੁਝਦੀ ਹੈ। ਇਹ ਤ੍ਰਿਸ਼ਨਾ ਬੁਝਦੀ ਨਹੀਂ ਗੁਰੂ ਪਿਆਰਿਓ, ਸਗੋਂ ਹੋਰ ਵੱਧਦੀ ਹੈ, ਹੋਰ ਭੜਕਦੀ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਪਹਿਲੀ ਪੰਕਤੀ 'ਚ ਗੁਰੂ ਪਿਆਰਿਓ ਦੱਸਦੇ ਨੇ। ਅੱਗੇ ਆਖਦੇ ਨੇ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਜੀ। ਔਰ ਦੇਖੋ ਗੁਰੂ ਪਿਆਰਿਓ ਕਮਾਲ ਦੀ ਗੱਲ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਲਪਟ ਰਹੇ। ਇਹ ਜਿਹੜੇ ਲੋਕ ਹੈ ਨਾ, ਕੌਣ ਲੋਕ ਮਹਾਰਾਜ? ਅੱਜ ਇਹਨਾਂ ਦੀ ਗੱਲ ਕੀਤੀ ਜਾ ਰਹੀ ਹੈ, ਰਾਜਿਆਂ ਤੇ ਜ਼ਮੀਨਾਂ ਦੇ ਮਾਲਕਾਂ ਦੀ। ਕਹਿੰਦੇ ਇਹ ਜਿਹੜੇ ਲੋਕ ਹੈ ਨਾ, ਰਾਜੇ ਮਹਾਰਾਜੇ, ਜ਼ਮੀਨਾਂ ਦੇ ਮਾਲਕ, ਜਗੀਰਦਾਰ, ਸਰਮਾਏਦਾਰ, ਪੂੰਜੀਪਤੀਏ, ਬਿਜ਼ਨਸਮੈਨ ਵੱਡੇ ਵੱਡੇ, ਕਹਿੰਦੇ ਲਪਟ ਰਹੇ ਮਾਇਆ ਰੰਗ ਮਾਤੇ। ਇਹ ਮਾਇਆ ਦੇ ਸਨੇਹ ਦੇ ਵਿੱਚ ਕਹਿੰਦੇ ਲਪਟੇ ਰਹਿੰਦੇ ਆ, ਮੱਤੇ ਰਹਿੰਦੇ ਆ, ਮਸਤ ਰਹਿੰਦੇ ਆ। ਮਾਤੇ ਦਾ ਮਤਲਬ ਹੈ ਮਸਤ, ਮਸਤ ਹੋਏ ਰਹਿੰਦੇ ਆ। ਜਿਵੇਂ ਬੰਦਾ ਨਸ਼ਾ ਖਾ ਕੇ ਮਸਤ ਹੋ ਜਾਂਦਾ ਨਾ, ਉਹਨੂੰ ਪਤਾ ਕੁਛ ਨਹੀਂ ਲੱਗਦਾ। ਇਹਨਾਂ ਦਾ ਵੀ ਨਸ਼ਾ ਹੈ ਗੁਰੂ ਪਿਆਰਿਓ, ਰਾਜ ਦਾ ਵੀ ਨਸ਼ਾ ਹੁੰਦਾ ਹੈ, ਦੌਲਤ ਦਾ ਵੀ ਨਸ਼ਾ ਹੁੰਦਾ ਹੈ। ਤੇ ਜਿਵੇਂ ਸੰਸਾਰ ਦੇ ਵਿੱਚ ਵਿਅਕਤੀ ਦੁਨਿਆਵੀ ਨਸ਼ਾ ਕਰਕੇ ਅੰਨਾ ਹੋ ਜਾਂਦਾ ਨਾ, ਉਹਨੂੰ ਕੁਛ ਨਹੀਂ ਪਤਾ ਲੱਗਦਾ। ਸ਼ਰਾਬ ਪੀਤੀ ਹੈ, ਕੋਈ ਸਮੈਕ ਖਾਧੀ ਹੈ, ਕੋਈ ਹੋਰ ਗੁਰੂ ਪਿਆਰਿਓ ਗੰਦਾ ਮੰਦਾ ਨਸ਼ਾ ਖਾਧਾ ਹੈ, ਕੋਈ ਗੋਲੀਆਂ ਖਾਧੀਆਂ, ਭੁੱਕੀ ਖਾਧੀ ਹੈ, ਉਹਨੂੰ ਪਤਾ ਨਹੀਂ ਨਾ ਲੱਗਦਾ ਕਿ ਮੈਂ ਕੀ ਬੋਲਣਾ ਕੀ ਨਹੀਂ ਬੋਲਣਾ। ਇਵੇਂ ਇਹ ਜਿਹੜਾ ਰਾਜ ਭਾਗ ਹੈ ਜਾਂ ਗੁਰੂ ਪਿਆਰਿਓ ਜਾਇਦਾਦਾਂ ਨੇ, ਕਿਸੇ ਰੂਪ ਚ ਹੋਣ ਚਾਹੇ,
ਇਹਨਾਂ ਦਾ ਧਾਰਨੀ ਬੰਦਾ ਵੀ ਜਿਹੜਾ ਹੈ ਉਹ ਇੰਨਾ ਲਪਟਿਆ ਹੁੰਦਾ ਹੈ, ਇੰਨਾ ਮੱਤਿਆ ਹੁੰਦਾ ਹੈ। ਮਹਾਰਾਜ ਕਹਿੰਦੇ ਲੋਚਨ ਕਛੂ ਨਾ ਸੁਝੀ, ਇਹਨਾਂ ਦੀਆਂ ਅੱਖਾਂ ਨੂੰ ਕੁਝ ਨਹੀਂ ਸੁਝਦਾ। ਮਤਲਬ ਕਿ ਇਹ ਵੀ ਕਹਿੰਦੇ ਅੰਨੇ ਹੋਏ ਹੁੰਦੇ ਆ, ਇੱਕ ਕਿਸਮ ਦੇ, ਪਤਾ ਹੀ ਨਹੀਂ ਲੱਗਦਾ ਗੁਰੂ ਪਿਆਰਿਓ ਕੁਛ। ਦੂਜਿਆਂ ਨੂੰ ਐ ਸਮਝਦੇ ਆ ਵੀ ਜਿਵੇਂ ਕੀੜੇ ਮਕੌੜੇ ਹੁੰਦੇ ਆ। ਜਿਹੜੇ ਦੂਜੇ ਆ ਨਾ, ਆਮ ਜਿਹੜੇ ਲੋਕ ਐ, ਉਹਨਾਂ ਨੂੰ ਐਉਂ ਸਮਝਦੇ ਆ ਵੀ ਇਹ ਤਾਂ ਕੀੜੇ ਮਕੌੜੇ ਆ, ਬੰਦੇ ਤਾਂ ਅਸੀਂ ਹੀ ਆ, ਕਿਉਂਕਿ ਸਾਡੇ ਕੋਲੇ ਰਾਜ ਹੈ, ਕਿਉਂਕਿ ਸਾਡੇ ਕੋਲੇ ਰਾਜ ਹੈ, ਸਾਡੇ ਕੋਲੇ ਪੈਸਾ ਹੈ, ਸਾਡੇ ਕੋਲੇ ਜ਼ਮੀਨ ਹੈ। ਇਹਦੇ ਕੋਲੇ ਕਿਹੜਾ ਰਾਜ ਹੈ, ਇਹਦੇ ਕੋਲੇ ਕਿਹੜਾ ਕੋਈ ਪੈਸਾ ਹੈ। ਕੀੜੇ ਮਕੌੜੇ ਸਮਝਦੇ ਆ। ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਗੁਰੂ ਪਿਆਰੇ। ਹੁਣ ਅੱਖਾਂ ਤੋਂ ਦਿਖਾਈ ਨਾ ਦੇਣ ਦਾ ਮਤਲਬ ਇਹ ਨਹੀਂ ਹੈ ਵੀ ਉਹਨਾਂ ਦੀਆਂ ਆ ਸੰਸਾਰੀ ਅੱਖਾਂ ਅੰਨੀਆਂ ਹੁੰਦੀਆਂ ਨੇ। ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਗੁਰੂ ਪਿਆਰਿਓ, ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਕਿ ਜਿਹੜੀ ਦੌਲਤ ਦਾ ਪ੍ਰਵਾਹ ਸਾਡੇ ਕੋਲੇ ਆ ਰਿਹਾ ਹੈ, ਇਹ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਿਹੜੀ ਹੈ ਲਹੂ ਦੀ ਕਮਾਈ ਚੋਂ ਆ ਰਿਹਾ। ਕਹਿੰਦੇ ਅਜੇ ਵੀ ਘੱਟ ਹੈ, ਅਜੇ ਵੀ ਘੱਟ ਹੈ। ਇਹ ਹਮੇਸ਼ਾ ਹੀ ਗੁਰੂ ਪਿਆਰਿਓ ਰਿਹਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਏਮਨਾਬਾਦ ਗਏ, ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਠਹਿਰੇ, ਕੋਧਰੇ ਦਾ ਪ੍ਰਸ਼ਾਦਾ ਛਕਿਆ। ਉੱਥੇ ਮਲਕ ਭਾਗੋ ਦਾ ਗੁਰੂ ਪਿਆਰਿਓ ਜਿਹੜਾ ਸੀ ਪਕਵਾਨ ਠੁਕਰਾ ਦਿੱਤਾ। ਜਦੋਂ ਮਲਕ ਭਾਗੋ ਨੇ ਸਿਪਾਹੀ ਭੇਜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਬੁਲਾਇਆ ਨਾ, ਮਲਕ ਭਾਗੋ ਨੇ ਤੇ ਪੁੱਛਿਆ ਕਿ ਮੇਰੇ ਘਰ ਦਾ ਭੋਜਨ ਕਿਉਂ ਠੁਕਰਾਇਆ, ਤੇ ਮਹਾਰਾਜ ਨੇ ਗੁਰੂ ਪਿਆਰਿਓ ਕਿਹਾ ਕਿ ਐ ਮਲਕ ਭਾਗੋ, ਤੇਰੇ ਭੋਜਨ ਦੇ ਵਿੱਚ ਗਰੀਬਾਂ ਦਾ ਲਹੂ ਹੈ, ਗਰੀਬਾਂ ਦਾ ਲਹੂ ਹੈ। ਪਰ ਜਿਹੜੇ ਗੁਰੂ ਪਿਆਰਿਓ ਗਰੀਬਾਂ ਦੇ ਲਹੂ ਦਾ ਭੋਜਨ ਖਾਂਦੇ ਨੇ, ਉਹਨਾਂ ਨੂੰ ਕਿਤੇ ਪਤਾ ਲੱਗਦਾ ਵੀ ਅਸੀਂ ਲਹੂ ਪੀ ਰਹੇ ਹਾਂ? ਕਿਉਂ ਨਹੀਂ ਪਤਾ ਲੱਗਦਾ? ਕਿਉਂਕਿ ਉਹਨਾਂ ਦਾ ਮਤ ਜਿਹੜੀ ਹੈ ਉਹਨਾਂ ਦੀ ਉਹ ਅੰਨੀ ਹੋਈ ਹੁੰਦੀ ਹੈ। ਐਵੇਂ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਕਿ ਲਪਟ ਰਹੇ ਮਾਇਆ ਰੰਗ ਮਾਤੇ, ਲਪਟੇ ਨੇ ਮਾਇਆ ਦੇ ਮੋਹ ਦੇ ਵਿੱਚ, ਮੱਤੇ ਹੋਏ ਨੇ, ਮਸਤ ਹੋਏ ਨੇ। ਕਿਵੇਂ ਮਸਤ ਹੋਏ ਨੇ? ਜਿਵੇਂ ਗੁਰੂ ਪਿਆਰਿਓ ਕੋਈ ਨਸ਼ੇੜੀ ਨਸ਼ੇ 'ਚ ਮਸਤ ਹੁੰਦਾ ਹੈ। ਕੌਣ? ਵੱਡੇ ਵੱਡੇ ਰਾਜਨ ਔਰ ਭੂਮਨ, ਵੱਡੇ ਵੱਡੇ ਰਾਜਨ ਔਰ ਭੂਮਨ, ਵੱਡੇ ਵੱਡੇ ਰਾਜੇ ਤੇ ਵੱਡੇ ਵੱਡੇ ਜ਼ਗੀਰਦਾਰ, ਵੱਡੇ ਵੱਡੇ ਜ਼ਗੀਰਦਾਰ। ਜੇ ਲੋਕਾਂ ਦੀਆਂ ਲੋਥਾਂ ਤੇ ਵੀ ਗੁਰੂ ਪਿਆਰਿਓ ਰਾਜ ਪ੍ਰਾਪਤ ਹੁੰਦਾ ਹੋਵੇ ਨਾ, ਤੇ ਲੋਕਾਂ ਦੀਆਂ ਲੋਥਾਂ ਤੇ ਵੀ ਚੜ ਕੇ ਰਾਜ ਪ੍ਰਾਪਤ ਕਰ ਲੈਂਦੇ ਨੇ, ਇੰਨੀ ਲਾਲਸਾ ਹੁੰਦੀ। 1947 ਦੇ ਵਿੱਚ ਜਦੋਂ ਹਿੰਦੁਸਤਾਨ ਦਾ ਬਟਵਾਰਾ ਹੋਇਆ, ਦੇਖੋ 4-5 ਲੋਕ ਸੀ, ਬਾਲੇ ਨਹੀਂ ਸੀ, 4-5 ਲੋਕ ਸੀ ਜਿਨ੍ਹਾਂ ਦੇ ਮਨ ਦੇ ਵਿੱਚ ਲਾਲਸਾ ਜਿਹੜੀ ਹੈ ਰਾਜ ਕਰਨ ਦੀ ਇਸ ਕਦਰ ਵਸ ਗਈ ਕਿ ਹੁਣੇ ਰਾਜ ਮਿਲ ਜੇ, ਹੁਣੇ ਰਾਜ ਮਿਲ ਜੇ, ਹੁਣੇ ਰਾਜ ਮਿਲ ਜੇ। ਬੁੱਢੇ ਹੋ ਰਹੇ ਆ, ਬੁੱਢੇ ਹੋ ਰਹੇ ਆ, ਜੇ ਹੁਣ ਰਾਜ ਮਿਲ ਗਿਆ ਤੇ ਰਾਜ ਭੋਗ ਲਾਂਗੇ, ਰਾਜ ਦਾ ਆਨੰਦ ਲੈ ਲਾਂਗੇ। ਜੇ ਬੁੱਢੇ ਹੋ ਗਏ, ਮਰ ਗਏ, ਤੇ ਮਰਨ ਤੋਂ ਬਾਅਦ ਜਿਹੜਾ ਹੈ ਸਾਨੂੰ ਆਜ਼ਾਦੀ ਮਿਲੀ, ਅੰਗਰੇਜ਼ ਗਏ, ਤੇ ਸਾਨੂੰ ਕੀ ਫਾਇਦਾ ਹੋਣਾ? ਇੰਨੀ ਕਾਲੀ ਮਚਾਈ, ਇੰਨੀ ਅੱਗ ਮਚਾਈ ਕਿ ਇਹ ਵੀ ਪਰਵਾਹ ਨਹੀਂ ਕੀਤੀ ਕਿ ਕਤਲੇਆਮ ਹੋਏਗਾ, ਔਰ ਹੋ ਗਿਆ ਗੁਰੂ ਪਿਆਰਿਓ। 10 ਲੱਖ ਲੋਕ ਜਿਹੜੇ ਸੀ 1947 ਦੇ ਵਿੱਚ ਕਤਲ ਹੋ ਗਏ। 10 ਲੱਖ ਲੋਕ, 10 ਲੱਖ ਲੋਕ ਕਤਲ ਹੋਏ। 10 ਲੱਖ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਗੁਰੂ ਪਿਆਰਿਓ ਜਿਹੜਾ ਸੀ ਅਖੌਤੀ ਆਜ਼ਾਦੀ ਦਾ ਜਸ਼ਨ ਮਨਾਇਆ ਗਿਆ। ਅਖੌਤੀ ਆਜ਼ਾਦੀ ਦਾ ਜਸ਼ਨ ਜਿਹੜਾ ਹੈ 10 ਲੱਖ ਲੋਕਾਂ ਦੀਆਂ ਲੋਥਾਂ ਦੇ ਉੱਤੇ ਚੜ ਕੇ ਮਨਾਇਆ, ਖੁਸ਼ੀ ਮਨਾਈ। ਕਿੱਡੀ ਕਮਾਲ ਦੀ ਗੱਲ ਹੈ। ਅੰਨੇ ਹੋ ਜਾਂਦੇ ਨੇ ਲੋਕ। ਫਿਰ ਕੀ ਹੋ ਗਿਆ? ਫਿਰ ਕੀ ਹੋ ਗਿਆ? ਕਹਿੰਦੇ ਇਹਨਾਂ ਲਈ ਹੁੰਦਾ ਕਿ ਫਿਰ ਕੀ ਹੋ ਗਿਆ? ਤਾਂ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸਾਨੂੰ ਸਮਝਾ ਰਹੇ ਨੇ ਕਿ ਇਹ ਜਿਹੜੇ ਵੱਡੇ ਵੱਡੇ ਰਾਜੇ, ਵੱਡੇ ਵੱਡੇ ਜ਼ਗੀਰਦਾਰ ਲੋਕ ਹੈ ਨਾ, ਇਹਨਾਂ ਦੀ ਤ੍ਰਿਸ਼ਨਾ ਕਦੇ ਬੁਝਦੀ ਨਹੀਂ ਹੈ, ਕਦੇ ਖਤਮ ਨਹੀਂ ਹੁੰਦੀ ਹੈ। ਵੱਡੇ ਵੱਡੇ ਰਾਜਨ ਔਰ ਭੂਮਨ ਤਾਕੀ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਇਹਨਾਂ ਦੀਆਂ ਅੱਖਾਂ ਨੂੰ ਕੁਝ ਨਹੀਂ ਸੁਣਦਾ, ਇਹਨਾਂ ਦੇ ਨੇਤਰਾਂ ਨੂੰ ਕੁਝ ਨਹੀਂ ਦਿਖਾਈ ਦਿੰਦਾ। ਲਾਲਸਾ ਇਸ ਕਦਰ ਰਾਜ ਕਰਨ ਦੀ ਹੈ ਕਿ ਕੁਝ ਵੀ ਹੋ ਜਾਏ, ਰਾਜ ਮਿਲਣਾ ਚਾਹੀਦਾ ਹੈ। ਚਾਹੇ ਕਿਸੇ ਦਾ ਗਲਾ ਕੱਟ ਕੇ ਮਿਲੇ, ਤੇ ਚਾਹੇ ਕਿਸੇ ਦਾ ਅੰਗ ਭੰਗ ਕਰਕੇ ਮਿਲੇ, ਚਾਹੇ ਕੁਝ ਕਰਕੇ ਮਿਲੇ।
ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਪਿਆਰਿਓ ਸਾਨੂੰ ਸਮਝਾਉਂਦੇ। ਦੇਖੋ ਗੁਰੂ ਪਿਆਰਿਓ, ਬਾਣੀ ਸਾਨੂੰ ਕਹਿੰਦੀ ਹੈ, ਸਮਝਾਉਂਦੀ ਹੈ ਕਿ ਦੋ ਤਰ੍ਹਾਂ ਦੇ ਲੋਕ ਨੇ ਇਸ ਸੰਸਾਰ ਦੇ ਵਿੱਚ। ਇੱਕ ਗੁਰਮੁਖ ਨੇ ਜਿਹੜੇ ਗੁਰੂ ਦੇ ਰਾਹ ਦੇ ਉੱਤੇ ਤੁਰਦੇ ਨੇ, ਧਰਮ ਦੇ ਮਾਰਗ ਦੇ ਉੱਤੇ ਤੁਰਦੇ ਨੇ। ਦੂਜੇ ਉਹ ਨੇ ਜਿਹੜੇ ਆਪਣੇ ਮਤ ਦੇ ਉੱਤੇ ਚੱਲਦੇ ਨੇ। ਗੁਰਮੁਖ ਤੇ ਮਨਮੁਖ। ਗੁਰਮੁਖਾਂ ਲਈ ਗੁਰਬਾਣੀ ਦੇ ਵਿੱਚ ਸਿੱਖ ਸ਼ਬਦ ਵੀ ਆਇਆ ਹੈ, ਗੁਰਸਿੱਖ ਵੀ ਆਇਆ ਹੈ, ਸਾਧੂ ਵੀ ਆਇਆ ਹੈ। ਮਨਮੁਖਾਂ ਲਈ ਬੇਮੁਖ ਸ਼ਬਦ ਵੀ ਆਇਆ ਹੈ, ਬਿਸਟਾ ਕਾ ਕੀੜਾ ਵੀ ਆਇਆ ਹੈ। ਇਹਨਾਂ ਦੋਨਾਂ ਦੇ ਰਾਹ ਜਿਹੜੇ ਆ ਉਹ ਵੱਖਰੇ ਵੱਖਰੇ ਹੁੰਦੇ ਆ, ਦੋਨਾਂ ਦਾ ਕਦੇ ਮੇਲ ਨਹੀਂ ਹੁੰਦਾ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਜਿਵੇਂ ਰੇਲ ਦੀਆਂ ਦੋ ਲੀਹਾਂ ਭਾਵੇਂ ਬਰਾਬਰ ਚੱਲਦੀਆਂ ਪਰ ਕਦੇ ਆਪਸ 'ਚ ਨਹੀਂ ਮਿਲਦੀਆਂ, ਕਦੇ ਆਪਸ 'ਚ ਨਹੀਂ ਮਿਲਦੀਆਂ। ਇਵੇਂ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੀ ਕਹਿੰਦੇ ਆ, ਭਗਤਾਂ ਕੀ ਚਾਲ ਨਿਰਾਲੀ। ਭਗਤਾਂ ਦੀ ਜਿਹੜੀ ਚਾਲ ਹੈ ਉਹ ਨਿਰਾਲੀ ਹੁੰਦੀ ਹੈ, ਵੱਖਰੀ ਹੁੰਦੀ ਹੈ। ਹੁਣ ਸੱਚ ਹੈ ਇੱਕ, ਇੱਕ ਝੂਠ ਹੈ। ਸੱਚ ਤੇ ਝੂਠ ਦਾ ਕਦੇ ਗੁਰੂ ਪਿਆਰਿਓ ਮਿਲਾਪ ਨਹੀਂ ਹੁੰਦਾ, ਭਾਵੇਂ ਨਾਲ ਨਾਲ ਚੱਲਦੇ ਪਏ ਹੋਣ, ਪਰ ਦੋਨੋਂ ਆਪਸ ਦੇ ਵਿੱਚ ਘਿਓ ਖਿਚੜੀ ਨਹੀਂ ਹੁੰਦੇ। ਸੱਚ ਤੇ ਝੂਠ ਚੱਲਣ ਭਾਵੇਂ ਬਰਾਬਰ ਹੀ, ਰੇਲ ਦੀਆਂ ਦੋ ਲੀਹਾਂ ਵਾਂਗੂ ਚੱਲਣ ਭਾਵੇਂ ਬਰਾਬਰ ਹੀ, ਖੜਨ ਭਾਵੇਂ ਬਰਾਬਰ ਹੀ, ਬੈਠਣ ਭਾਵੇਂ ਇਕੱਠੇ ਹੀ, ਪਰ ਦੋਵੇਂ ਘਿਓ ਖਿਚੜੀ ਨਹੀਂ ਹੁੰਦੀ। ਇਸੇ ਤਰ੍ਹਾਂ ਗੁਰੂ ਪਿਆਰਿਓ ਸਾਧੂ, ਧਰਮੀ, ਬੰਦਗੀ ਵਾਲਾ, ਗੁਰਸਿੱਖ, ਇਹਦਾ ਮਿਲਾਪ ਗੁਰੂ ਪਿਆਰਿਓ ਝੂਠੇ ਨਾਲ ਨਹੀਂ ਹੋ ਸਕਦਾ। ਚਾਹੇ ਉਹ ਜਿੱਡਾ ਮਰਜ਼ੀ ਵੱਡੇ ਤੋਂ ਵੱਡਾ ਰਾਜਾ ਹੋਵੇ, ਘਿਓ ਖਿਚੜੀ ਨਹੀਂ ਹੁੰਦੇ, ਕਦੇ ਇੱਕ ਮਿੱਕ ਨਹੀਂ ਹੁੰਦੇ, ਕਦੇ ਵਿਚਾਰਾਂ ਦੀ ਸਾਂਝ ਨਹੀਂ ਗੁਰੂ ਪਿਆਰਿਓ ਹੁੰਦੀ ਇਹਨਾਂ ਦੀ। ਬੈਠਣ ਭਾਵਾਂ ਇਕੱਠੇ, ਖੜਨ ਭਾਵਾਂ ਇਕੱਠੇ, ਤੁਰਨ ਭਾਵਾਂ ਇਕੱਠੇ, ਪਰ ਵਿਚਾਰਾਂ ਦੀ ਸਾਂਝ ਜਿਹੜੀ ਹੈ ਗੁਰੂ ਪਿਆਰਿਓ ਇਹ ਕਦੇ ਨਹੀਂ ਹੋ ਸਕਦੀ, ਕਦੇ ਨਹੀਂ ਹੋ ਸਕਦੀ। ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੀ, ਰਾਜ ਦੇ ਨਾਲ ਟਕਰਾਓ ਰਿਹਾ। ਕਿਉਂ? ਕਿਉਂਕਿ ਰਾਜ ਦੀ ਬੁਨਿਆਦ ਝੂਠ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੁਨਿਆਦ ਸੱਚ ਹੈ, ਧਰਮ ਹੈ। ਤੇ ਇੱਥੇ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਪਿਆਰੇ ਸਾਨੂੰ ਪਹਿਲੀਆਂ ਪੰਕਤੀਆਂ 'ਚ ਸਮਝਾ ਰਹੇ ਨੇ। ਅੱਗੇ ਉਹੀ ਰਹਾਉ ਦੀ ਪੰਕਤੀ ਹੈ ਜਿਹਦੇ 'ਚ ਜ਼ਿਕਰ ਕਰਦੇ ਨੇ, ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ। ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ। ਦੱਸੋ ਭਾਈ, ਕਹਿੰਦੇ ਪਦਾਰਥਵਾਦ ਦੇ ਵਿੱਚ ਕਿਹਨੇ ਰੱਜ ਪ੍ਰਾਪਤ ਕੀਤਾ ਹੈ? ਆ ਮਾਇਆ ਦੇ ਨਾਲ ਰੱਜ ਕਿਹਨੇ ਪ੍ਰਾਪਤ ਕੀਤਾ ਹੈ? ਮਾਇਆ ਦਾ ਮਤਲਬ ਫਿਰ ਕਹਿ ਦਈਏ ਗੁਰੂ ਪਿਆਰਿਓ, ਕੱਲਾ ਰੁਪਈਆ ਪੈਸਾ ਨਹੀਂ, ਆ ਸਾਡਾ ਸਰੀਰ ਵੀ ਮਾਇਆ ਹੈ। ਜਿੰਨਾ ਮਰਜੀ ਸੋਹਣਾ ਤੇ ਤੰਦਰੁਸਤ ਹੋਵੇ, ਕੋਈ ਰੱਜਿਆ? ਕਿਸੇ ਨੇ ਕਿਹਾ ਵੀ ਮੇਰੇ ਕੋਲੇ ਸੋਹਣਾ ਸਰੀਰ ਹੈ, ਮੇਰੇ ਕੋਲੇ ਤੰਦਰੁਸਤ ਹੈ, ਉਹ ਕਹਿੰਦਾ ਹੋਰ ਤੰਦਰੁਸਤ, ਹੋਰ ਸੋਹਣਾ ਹੋਣਾ ਚਾਹੀਦਾ। ਤਾਂ ਇਹ ਸਾਰਾ ਕੁਝ ਹੀ ਮਾਇਆ ਹੈ। ਜੋ ਦਿਸਦਾ ਜਗਤ ਹੈ ਇਹ ਸਾਰਾ ਮਾਇਆ ਹੈ, ਚਾਹੇ ਸਰੀਰ ਹੈ, ਪਰਿਵਾਰ ਹੈ, ਕਾਰੋਬਾਰ ਹੈ, ਜੋ ਵੀ ਕੁਝ ਹੈ। ਮਹਾਰਾਜ ਕਹਿੰਦੇ ਇਹਦੇ ਨਾਲ ਕੋਈ ਰੱਜਿਆ ਨਹੀਂ ਹੈ, ਕਿਸੇ ਨੇ ਤ੍ਰਿਪਤੀ ਪ੍ਰਾਪਤ ਨਹੀਂ ਕੀਤੀ। ਜਿਉ ਪਾਵਕ ਈਂਦਨ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ। ਜਿਉ ਪਾਵਕ, ਪਾਵਕ ਅੱਗ ਨੂੰ ਕਹਿੰਦੇ ਨੇ, ਈਂਦਨ ਨਹੀਂ ਤਰਾਪੈ, ਈਂਦਨ ਬਾਲਣ ਨੂੰ ਕਹਿੰਦੇ ਨੇ। ਤਰਾਪੈ ਦਾ ਮਤਲਬ ਰੱਜਣਾ। ਜਿਵੇਂ ਅੱਗ ਬਾਲਣ ਦੇ ਨਾਲ ਕਦੇ ਨਹੀਂ ਰੱਜਦੀ, ਇਵੇਂ ਭਾਈ ਕਹਿੰਦੇ ਪਦਾਰਥ ਦੇ ਨਾਲ, ਇਹ ਸੰਸਾਰ ਦੀ ਮੋਹ ਮਾਇਆ ਨਾਲ ਮਨੁੱਖ ਦੀ ਮਨ ਦੀ ਤ੍ਰਿਪਤੀ ਜਿਹੜੀ ਹੈ ਕਦੇ ਨਹੀਂ ਹੁੰਦੀ ਹੈ। ਬਿਨ ਹਰ ਕਹਾਂ ਅਗਾਈ, ਬਿਨਾਂ ਪਰਮੇਸ਼ਵਰ ਦੇ ਨਾਮ ਤੋਂ ਕੌਣ ਰੱਜ ਸਕਦਾ ਹੈ? ਭਾਵ ਬਿਨਾਂ ਵਾਹਿਗੁਰੂ ਤੋਂ, ਬਿਨਾਂ ਪਰਮੇਸ਼ਵਰ ਦੇ ਨਾਮ ਤੋਂ ਕੋਈ ਰੱਜ ਨਹੀਂ ਸਕਦਾ ਹੈ। ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਕੀ ਮਿਟੈ ਨਾ ਭੂਖਾ। ਇੱਕ ਹੋਰ ਗੁਰੂ ਪਿਆਰਿਓ ਬਚਨ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ। ਦਿਨ ਦਿਨ, ਦਿਨ ਦਿਨ ਦਾ ਮਤਲਬ ਹੈ ਹਰ ਰੋਜ਼, ਹਰ ਰੋਜ਼ ਹੀ, ਹਰ ਦਿਨ ਹੀ। ਕਰਤ ਕਰਦੇ ਹੈ, ਕੀ ਕਰਦੇ ਹੈ? ਭੋਜਨ ਬਹੁ ਬਿੰਜਨ, ਬਹੁਤ ਪ੍ਰਕਾਰ ਦੇ ਸਵਾਦਲੇ ਭੋਜਨ। ਕਈ ਤਾਂ ਹੁੰਦੇ ਆ ਨਾ ਜਿਨ੍ਹਾਂ ਨੂੰ ਗੁਰੂ ਪਿਆਰਿਓ ਕਦੇ ਨਸੀਬ ਹੁੰਦਾ ਹੈ ਚੰਗਾ ਖਾਣਾ, ਚੰਗਾ ਜਿਹੜਾ ਵਧੀਆ ਖਾਣਾ, ਤੇ ਕਈ ਐਸੇ ਜਿਹੜੇ ਰੋਜ਼ ਵਧੀਆ ਖਾਣੇ ਖਾਂਦੇ ਆ, ਭਾਵੇਂ 5-5 6-6 ਸਬਜ਼ੀਆਂ, ਦਾਲਾਂ ਨਾਲ ਸਲਾਦ, ਪਤਾ ਨਹੀਂ ਕੀ ਕੁਝ ਹੁੰਦਾ ਹੈ, ਪਤਾ ਨਹੀਂ ਕਿੰਨਾ ਕੁ ਗੁਰੂ ਪਿਆਰਿਓ ਜਿਹੜਾ ਪਦਾਰਥ ਉਹਨਾਂ ਦੇ ਮੂਹਰੇ ਰੱਖਿਆ ਹੁੰਦਾ ਸਵਾਦਲਾ ਬਣਾ ਕੇ, ਕਈ ਪ੍ਰਕਾਰ ਦੀਆਂ ਆਈਟਮਾਂ ਬਣਾ ਕੇ। ਔਰ ਰੋਜ਼ ਜਿਹੜੇ ਵੱਡੇ ਵੱਡੇ ਲੋਕ ਹੈ ਇਹ ਰੋਜ਼ ਸਵਾਦਲੇ ਭੋਜਨ ਖਾਂਦੇ ਆ।
ਮਹਾਰਾਜ ਕਹਿੰਦੇ ਤਾਂ ਕੀ ਮਿਟੈ ਨਾ ਭੁੱਖਾ, ਕਹਿੰਦੇ ਤਿੰਨਾਂ ਦੀ ਵੀ ਭੁੱਖ ਨਹੀਂ ਮਿਟਦੀ ਭਾਈ। ਜੇ ਮਿਟਦੀ ਹੈ ਤਾਂ ਦੱਸੋ, ਭੁੱਖ ਮਿਟ ਜਾਂਦੀ ਹੈ। ਜਿਹੜੇ ਸਵਾਦਲੇ ਭੋਜਨ ਰੋਜ਼ ਖਾਂਦੇ ਐ, 36 ਪ੍ਰਕਾਰ ਦੇ ਭੋਜਨ ਰੋਜ਼ ਖਾਂਦੇ ਐ, ਖੱਟੇ ਮਿੱਠੇ ਅਲੂਣੇ ਸਲੂਣੇ ਭੋਜਨ ਰੋਜ਼ ਖਾਂਦੇ ਐ, ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਤਾਂ ਕੀ ਮਿਟੈ ਨਾ ਭੁੱਖਾ, ਕਹਿੰਦੇ ਇਹਨਾਂ ਦੀ ਵੀ ਭੁੱਖ ਨਹੀਂ ਮਿਟਦੀ, ਇਹਨਾਂ ਦੀ ਵੀ ਭੁੱਖ ਨਹੀਂ ਮਿਟਦੀ। ਮਹਾਰਾਜ ਫਿਰ ਕੀ ਕਰਦੇ ਨੇ? ਮਹਾਰਾਜ ਕਹਿੰਦੇ ਹੋਰ ਯਤਨ ਕਰਦੇ ਨੇ, ਹੋਰ ਯਤਨ ਕਰਦੇ ਨੇ, ਹੋਰ ਪੈਸਾ, ਕਿਉਂਕਿ ਭੋਜਨ ਪੈਸੇ ਨਾਲ ਆਉਂਦਾ ਨਾ ਗੁਰੂ ਪਿਆਰੇ। ਕੋਈ ਆਮ ਗਰੀਬ ਬੰਦਾ, ਸਧਾਰਨ ਬੰਦਾ ਤਾਂ ਗੁਰੂ ਪਿਆਰਿਓ ਕਈ ਪ੍ਰਕਾਰ ਦੇ ਸਵਾਦਲੇ ਭੋਜਨ ਨਹੀਂ ਖਾ ਸਕਦਾ। ਇਹ ਤਾਂ ਜਿਹਦੇ ਕੋਲੇ ਪੈਸਾ ਹੈ ਉਹ ਖਾਂਦਾ ਹੈ। ਤੇ ਜਿਹਨੂੰ ਸਵਾਦਲੇ ਭੋਜਨ ਮਿਲ ਗਏ ਕੀ ਉਹ ਰੱਜ ਜਾਂਦਾ? ਨਹੀਂ, ਉਹ ਕਹਿੰਦਾ ਅਜੇ ਹੋਰ ਪੈਸਾ ਕਮਾਈਏ। ਤੇ ਹੋਰ ਪੈਸਾ ਕਮਾਉਣ ਵਾਸਤੇ ਫਿਰ ਉਹ ਕੀ ਕਰਦਾ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਪਿਆਰਿਓ ਸਾਨੂੰ ਦੱਸਦੇ ਨੇ, ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਕੋਖਾ। ਉਦਮ ਕਰੈ, ਉਦਮ ਕਰਦਾ ਹੈ। ਸਵਾਨ ਕੀ ਨਿਆਈ, ਨਿਆਈ ਦਾ ਮਤਲਬ ਹੈ ਵਾਂਗ, ਤੇ ਸਵਾਨ ਦਾ ਅਰਥ ਹੈ ਕੁੱਤਾ। ਕੁੱਤਿਆਂ ਕੋ ਉਦਮ ਕਰਦਾ ਹੈ। ਕਹਿੰਦੇ ਹੁਣ ਕੁੱਤੇ ਕਿਵੇਂ ਉਦਮ ਕਰਦੇ ਆ? ਕੁੱਤੇ ਕਿਵੇਂ ਉਦਮ ਕਰਦੇ ਆ ਗੁਰੂ ਪਿਆਰੇ? ਇੱਕ ਬੂਹੇ ਤੇ ਚਲੇ ਗਏ, ਉੱਥੋਂ ਅੱਧੀ ਰੋਟੀ ਪੈ ਗਈ, ਉੱਥੋਂ ਖਾਧੀ, ਫਿਰ ਅਗਲੇ ਬੂਹੇ ਤੇ ਚਲੇ ਗਏ, ਉੱਥੋਂ ਖਾਧਾ, ਫਿਰ ਅਗਲੇ ਬੂਹੇ ਤੇ ਚਲੇ ਗਏ, ਫਿਰ ਅਗਲੇ ਬੂਹੇ ਤੇ ਚਲੇ ਗਏ। ਇਉਂ ਕੁੱਤੇ ਸਾਰਾ ਦਿਨ ਹੀ ਗੁਰੂ ਪਿਆਰੇ ਉਹ ਗਲੀਆਂ 'ਚ ਘੁੰਮਦੇ ਰਹਿੰਦੇ ਨੇ, ਬੂਹੇ ਬੂਹੇ ਘੁੰਮਦੇ ਰਹਿੰਦੇ ਨੇ। ਇਸੇ ਤਰ੍ਹਾਂ ਹੀ ਉਦਮ ਕਰਤ ਸਵਾਨ ਕੀ ਨਿਆਈ, ਚਾਰੇ ਕੁੰਟਾਂ ਕੋਖਾ, ਚਾਰੇ ਕੁੰਡਾਂ ਕੋਖਦੇ ਨੇ। ਚਾਰੇ ਕੁੰਡਾਂ ਕਾਹਦੇ ਵਾਸਤੇ? ਬਹੁਤ ਪ੍ਰਕਾਰ ਦੇ ਵਧੀਆ ਖਾਣੇ ਖਾਣ ਵਾਸਤੇ, ਬਹੁਤ ਵਧੀਆ ਪੁਸ਼ਾਕਾਂ ਪਹਿਨਣ ਵਾਸਤੇ, ਚੰਗੇ ਕੱਪੜੇ ਪਹਿਨਣ ਵਾਸਤੇ, ਚੰਗੇ ਮਕਾਨ 'ਚ ਰਹਿਣ ਵਾਸਤੇ, ਚੰਗੀ ਗੱਡੀ ਤੇ ਚੜ੍ਹਨ ਵਾਸਤੇ, ਚੰਗੇ ਭੋਜਨ ਖਾਣ ਵਾਸਤੇ ਕੀ ਕਰਦੇ ਨੇ? ਉਦਮ ਕਰਤ, ਉਦਮ ਕਰੈ, ਉਦਮ ਕਰਦੇ ਨੇ। ਕਿਵੇਂ ਕਰਦੇ ਨੇ? ਕਹਿੰਦੇ ਸਵਾਨ ਕੀ ਨਿਆਈ, ਕੁੱਤੇ ਵਾਂਗੂ ਉਦਮ ਕਰਦੇ ਨੇ। ਚਾਰੇ ਕੁੰਟਾਂ ਕੋਖਾ, ਚਾਰੇ ਕੁੰਟਾਂ, ਚਾਰ ਕੁੰਟ ਕਿਹੜੀਆਂ ਨੇ ਗੁਰੂ ਪਿਆਰਿਓ? ਉੱਤਰ ਦੱਖਣ ਪੂਰਬ ਪੱਛਮ, ਉੱਤਰ ਦੱਖਣ ਪੂਰਬ ਪੱਛਮ, ਇਹ ਚਾਰੇ ਕੁੰਟਾਂ ਜਿਹੜੀਆਂ ਨੇ ਉਹ ਕੋਖਦੇ ਨੇ। ਇਹ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ, ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੁਕੈ। ਕਾਮਵੰਤ, ਕਾਮਵੰਤ ਦਾ ਅਰਥ ਕੀ ਹੈ ਗੁਰੂ ਪਿਆਰੇ? ਜਿਵੇਂ ਇੱਕ ਸ਼ਬਦ ਹੈ ਨਾ ਬਲਵੰਤ, ਬਲਵੰਤ ਦਾ ਮਤਲਬ ਹੈ ਬਲ ਵਾਲਾ। ਕੁਲਵੰਤ ਦਾ ਮਤਲਬ ਕੀ ਹੈ? ਕੁਲ ਵਾਲਾ। ਬਲਵੰਤ, ਕੁਲਵੰਤ, ਇਹ ਸ਼ਬਦ ਅਸੀਂ ਸੁਣਦੇ ਪੜ੍ਹਦੇ ਹਾਂ ਨਾ। ਵੰਤ ਦਾ ਮਤਲਬ ਹੁੰਦਾ ਹੈ ਵਾਲਾ। ਇੱਥੇ ਸਤਿਗੁਰਾਂ ਨੇ ਸ਼ਬਦ ਗੁਰੂ ਪਿਆਰੇ ਵਰਤਿਆ ਕਾਮਵੰਤ। ਵੈਸੇ ਇਹ ਕਿਸੇ ਦਾ ਨਾਂ ਨਹੀਂ ਹੁੰਦਾ ਗੁਰੂ ਪਿਆਰਿਓ। ਕਾਮਵੰਤ, ਕਾਮਵੰਤ ਕਿਸੇ ਦਾ ਨਾਂ ਨਹੀਂ ਹੁੰਦਾ। ਕਿਉਂ? ਕਿਉਂਕਿ ਇਹਦਾ ਅਰਥ ਹੈ ਕਾਮ ਵਾਲਾ, ਜਿਹਦੇ ਚ ਕਾਮ ਹੈ, ਜਿਸ ਚ ਕਾਮ ਹੈ। ਕਹਿੰਦੇ ਕਾਮਵੰਤ ਕਾਮੀ ਬਹੁ ਨਾਰੀ। ਜਿਹੜਾ ਕਾਮ ਵਾਲਾ ਹੈ, ਕਾਮ ਵਾਲਾ ਦਾ ਮਤਲਬ ਹੈ ਜਿਹਦੇ ਚ ਕਾਮ ਹੈ, ਜਿਹਦੇ ਚ ਵਿਸ਼ਾ ਹੈ, ਉਹਦੇ ਕੋਲੇ ਬਹੁਤ ਸਾਰੀਆਂ ਇਸਤਰੀਆਂ ਨੇ। ਪੁਰਾਣੇ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਹੁੰਦੇ ਸੀ ਗੁਰੂ ਪਿਆਰਿਓ, ਉਹ ਆਪਣੇ ਹਰਮਾਂ ਦੇ ਵਿੱਚ ਬਹੁਤ ਸਾਰੀਆਂ ਇਸਤਰੀਆਂ ਰੱਖਦੇ ਸੀ। ਅੱਜ ਵੀ ਵੱਡੇ ਵੱਡੇ ਅਮੀਰਜ਼ਾਦੇ ਗੁਰੂ ਪਿਆਰਿਓ ਜਿਹੜੇ ਨੇ, ਵੱਡੇ ਵੱਡੇ ਸਰਮਾਏਦਾਰ, ਵੱਡੇ ਵੱਡੇ ਰਾਜੇ ਜਿਹੜੇ ਹੈ, ਉਹ ਇਸਤਰੀਆਂ ਰੱਖਦੇ ਨੇ। ਫਰਕ ਸਿਰਫ ਇੰਨਾ ਗੁਰੂ ਪਿਆਰਿਓ, ਪਹਿਲਾਂ ਸ਼ਰੇਆਮ ਰੱਖਦੇ ਸੀ ਰਾਜੇ ਮਹਾਰਾਜੇ ਆਪਣੇ ਹਰਮਾਂ 'ਚ, ਅੱਜ ਕੱਲ੍ਹ ਚੋਰੀ ਛੁਪੇ ਰੱਖਦੇ ਨੇ, ਪਰ ਰੱਖਦੇ ਅੱਜ ਵੀ ਨੇ। ਪਰ ਇੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ? ਕਾਮਵੰਤ, ਕਾਮ ਵਾਲਾ ਜਿਹੜਾ ਹੈ, ਕਾਮੀ ਬਹੁ ਨਾਰੀ, ਉਹਦੇ ਕੋਲੇ ਬਹੁਤ ਸਾਰੀਆਂ ਇਸਤਰੀਆਂ, ਪਰ ਗ੍ਰਹਿ ਜੋਹ ਨਾ ਚੁੱਕੈ, ਪਰ ਪਰਾਈ ਇਸਤਰੀ ਵੱਲ ਦੇਖਣੋਂ ਫੇਰ ਨਹੀਂ ਹਟਦਾ, ਹੋਰ ਇਸਤਰੀ ਵੱਲ ਦੇਖਣੋਂ ਫੇਰ ਨਹੀਂ ਹਟਦਾ। ਆਪਦੇ ਕੋਲੇ ਕਈ ਇਸਤਰੀਆਂ ਨੇ, ਲੇਕਿਨ ਉਹਦਾ ਵੀ ਗੁਰੂ ਪਿਆਰਿਓ ਰੱਜ ਨਹੀਂ ਹੈ, ਉਹਨੂੰ ਵੀ ਤ੍ਰਿਪਤੀ ਨਹੀਂ ਹੈ। ਪਰਾਈ ਇਸਤਰੀ ਜਿਹੜੀ ਹੈ ਉਹਨੂੰ ਦੇਖਣੋਂ, ਉਹਨੂੰ ਜੋਹਣੋਂ, ਉਹਨੂੰ ਮਾੜੀ ਨਜ਼ਰ ਨਾਲ ਤੱਕਣੋਂ ਫਿਰ ਵੀ ਨਹੀਂ ਹਟਦਾ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਗੁਰੂ ਪਿਆਰੇ, ਸਮਾਜ ਦਾ ਸ਼ੀਸ਼ਾ ਵਿਖਾ ਰਹੇ ਨੇ ਸਤਿਗੁਰੂ ਜੀ। ਸਮਾਜ ਦਾ ਸ਼ੀਸ਼ਾ ਜਿਹੜਾ ਸਤਿਗੁਰੂ ਹੈ ਨਾ, ਇਹ ਸ਼ੀਸ਼ੇ ਦੇ ਨਿਆਈ ਆ। ਸਾਡੇ ਅੰਦਰ ਕੀ ਹੈ ਸਾਨੂੰ ਨਹੀਂ ਪਤਾ, ਪਰ ਜਦੋਂ ਗੁਰੂ ਸਨਮੁਖ ਹੋਈਏ, ਬਾਣੀ ਪੜ੍ਹੀਏ, ਫਿਰ ਗੁਰੂ ਪਿਆਰਿਓ ਪਤਾ ਲੱਗਦਾ। ਜਿਵੇਂ ਸ਼ੀਸ਼ੇ ਤੇ ਕਾਲਸ ਲੱਗੀ ਹੋਵੇ ਨਾ,
ਤਾਂ ਸਾਨੂੰ ਨਹੀਂ ਪਤਾ ਕਿ ਸਾਡੇ ਮੂੰਹ ਤੇ ਕਾਲਸ ਲੱਗੀ ਹੈ। ਜਿਉਂ ਹੀ ਅਸੀਂ ਸ਼ੀਸ਼ੇ ਮੂਹਰੇ ਜਾਵਾਂਗੇ ਨਾ, ਤਾਂ ਉਸੇ ਵੇਲੇ ਸ਼ੀਸ਼ਾ ਦੱਸੇਗਾ ਸਾਨੂੰ ਕਿ ਭਾਈ ਤੁਹਾਡੇ ਮੂੰਹ ਦੇ ਉੱਤੇ ਕਾਲਸ ਹੈ। ਇਸੇ ਤਰ੍ਹਾਂ ਗੁਰੂ ਪਿਆਰਿਓ, ਜੇ ਅਸੀਂ ਆਪਣੇ ਅੰਦਰ ਦੇਖਣਾ ਹੈ ਨਾ ਕਿ ਸਾਡੇ ਅੰਦਰ ਕੀ ਹੈ ਕੀ ਨਹੀਂ ਹੈ, ਤੇ ਫਿਰ ਗੁਰੂ ਦੇ ਸਨਮੁਖ ਹੋਣਾ ਪਊਗਾ। ਜਦੋਂ ਗੁਰੂ ਦੇ ਸਨਮੁਖ ਹੋਵਾਂਗੇ, ਗੁਰੂ ਸਾਨੂੰ ਦੱਸਦਾ ਹੈ ਕਿ ਤੁਸੀਂ ਹੋ ਕੀ ਤੇ ਤੁਹਾਨੂੰ ਹੋਣਾ ਕੀ ਚਾਹੀਦਾ ਹੈ। ਸ਼ੀਸ਼ਾ ਹੈ ਗੁਰੂ, ਸ਼ੀਸ਼ੇ ਦੇ ਨਿਆਈ ਹੈ ਗੁਰੂ। ਇਹ ਸਾਡੀ ਗੁਰੂ ਪਿਆਰਿਓ ਗੱਲ ਕਰਦੇ ਨੇ, ਸਮਾਜ ਦੇ ਲੋਕਾਂ ਦੀ ਗੱਲ ਕਰਦੇ ਨੇ ਕਿ ਜਿਸ ਤਰ੍ਹਾਂ ਭੁੱਖ ਨਹੀਂ ਨਾ ਮਿਟਦੀ ਰੋਟੀ ਪਾਣੀ ਦੀ, ਜਿਸ ਤਰ੍ਹਾਂ ਭੁੱਖ ਨਹੀਂ ਮਿਟਦੀ ਦੌਲਤ ਦੀ, ਜਿਸ ਤਰ੍ਹਾਂ ਭੁੱਖ ਨਹੀਂ ਮਿਟਦੀ ਰਾਜ ਦੀ, ਉਸੇ ਤਰ੍ਹਾਂ ਭੁੱਖ ਕਾਮ ਦੀ ਵੀ ਨਹੀਂ ਮਿਟਦੀ ਹੈ। ਇਹ ਸਮਝਾ ਰਹੇ ਨੇ ਮਹਾਰਾਜ ਇਸ ਪੰਕਤੀ ਦੇ ਰਾਹੀਂ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੁੱਕੈ। ਪਰ ਗ੍ਰਹਿ ਦਾ ਮਤਲਬ ਹੈ ਪਰਾਈਆਂ ਇਸਤਰੀਆਂ, ਜੋਹ ਦਾ ਮਤਲਬ ਹੈ ਦੇਖਣਾ ਤੱਕਣਾ ਮਾੜੀ ਨਿਗਾਹ ਨਾਲ, ਚੁੱਕੈ ਦਾ ਮਤਲਬ ਹੈ ਚੁੱਕਣਾ, ਨਾ ਚੁੱਕੈ ਨਹੀਂ ਚੁੱਕਦਾ, ਨਹੀਂ ਹਟਦਾ। ਕਹਿੰਦੇ ਪਰਾਈਆਂ ਇਸਤਰੀਆਂ ਦੇਖਣੋਂ ਨਹੀਂ ਹਟਦਾ ਮਾੜੀ ਨਿਗਾਹ ਨਾਲ। ਭਾਵੇਂ ਆਪਦੇ ਘਰ ਦੇ ਵਿੱਚ ਕਈ ਇਸਤਰੀਆਂ ਕਾਮਵੰਤ ਦੇ ਘਰ ਰੱਖੀਆਂ ਹੋਈਆਂ ਨੇ, ਪਰ ਫਿਰ ਵੀ ਨਹੀਂ ਹਟਦਾ। ਇਹ ਪਾਤਸ਼ਾਹ ਦੱਸਦੇ ਨੇ, ਦਿਨ ਪ੍ਰਤ ਕਰੈ ਕਰੈ ਪਛੁਤਾਪੈ, ਸੋਗ ਲੋਭ ਮਹਿ ਸੂਕੈ। ਦਿਨ ਪ੍ਰਤ, ਦਿਨ ਪ੍ਰਤ ਦਾ ਮਤਲਬ ਹੈ ਪ੍ਰਤੀ ਦਿਨ, ਪ੍ਰਤੀ ਦਿਨ ਦਾ ਮਤਲਬ ਹੈ ਹਰ ਦਿਨ ਹਰ ਰੋਜ਼। ਦਿਨ ਪ੍ਰਤ ਕਰੈ ਕਰੈ ਪਛੁਤਾਪੈ, ਕਹਿੰਦੇ ਦਿਨ ਰਾਤ ਹਰ ਦਿਨ ਵਿਕਾਰ ਭੋਗਦਾ, ਪਛਤਾਉਂਦਾ ਵੀ ਹੈ, ਪਛਤਾਉਂਦਾ ਵੀ ਹੈ। ਓਏ ਆ ਕੀ ਹੈ, ਕੁਛ ਵੀ ਨਹੀਂ ਹੈ। ਭੋਜਨ ਖਾ ਲਿਆ, ਉਹ ਕੋਈ ਹੈ ਸਵਾਦ ਨਹੀਂ ਹੈ। ਚੰਗਾ ਕੱਪੜਾ ਪਾ ਲਿਆ, ਆਨੰਦ ਨਹੀਂ ਹੈ। ਕੀ ਹੈ ਮਤਲਬ? ਨਾਲੇ ਚੰਗਾ ਭੋਜਨ ਖਾਂਦਾ ਹੈ, ਚੰਗਾ ਪੋਸ਼ਾਕ ਪਹਿਨਦਾ ਹੈ, ਰਾਜ ਭਾਗ ਮਿਲ ਜਾਂਦਾ ਹੈ, ਸਾਰਾ ਕੁਝ ਮਿਲ, ਫਿਰ ਕੀ ਹੈ? ਕੁਛ ਨਹੀਂ ਹੈ, ਪਛਤਾਉਂਦਾ ਵੀ ਹੈ। ਕਹਿੰਦੇ ਦਿਨ ਪ੍ਰਤ ਕਰੈ ਕਰੈ ਪਛੁਤਾਪੈ, ਸੋਗ ਲੋਭ ਮਹਿ ਸੂਕੈ। ਲੋਭ ਦੇ ਵਿੱਚ, ਸੋਗ ਦੇ ਵਿੱਚ ਬੰਦਾ ਜਿਹੜਾ ਸੁੱਕਦਾ ਜਾਂਦਾ ਹੈ, ਖਤਮ ਹੁੰਦਾ ਜਾਂਦਾ ਹੈ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਦਾਨਾ। ਦੇਖੋ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਸਾਡੀਆਂ ਸਮੱਸਿਆਵਾਂ ਦੱਸੀਆਂ ਨੇ, ਜਗਤ ਦੀਆਂ ਸਮੱਸਿਆਵਾਂ ਦੱਸੀਆਂ ਨੇ। ਕਿਹੜੀ ਕਿਹੜੀ ਸਮੱਸਿਆ ਦੱਸੀ ਹੈ? ਇੱਕ ਤਾਂ ਦੱਸੀ ਹੈ ਕਿ ਵੱਡੇ ਵੱਡੇ ਰਾਜਨ ਔਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੁਝੀ। ਦੂਜੀ ਸਮੱਸਿਆ ਦੱਸੀ ਹੈ ਕਿ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕੀ ਮਿਟੈ ਨਾ ਭੁੱਖਾ। ਤੇ ਤੀਜੀ ਦੱਸੀ ਹੈ ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੁੱਕੈ। ਇਹ ਸਮਾਜ ਦੀਆਂ ਸਮੱਸਿਆਵਾਂ ਨੇ। ਗੁਰਬਾਣੀ ਦੀ ਇੱਕ ਵਿਸ਼ੇਸ਼ਤਾ ਹੈ ਗੁਰੂ ਪਿਆਰਿਓ, ਗੁਰਬਾਣੀ ਜੇ ਕਿਸੇ ਚੀਜ਼ ਦਾ ਖੰਡਨ ਕਰਦੀ ਹੈ ਨਾ, ਨਾਲ ਮੰਡਣ ਵੀ ਕਰਦੀ ਹੈ। ਜੇ ਗੁਰਬਾਣੀ ਸਾਨੂੰ ਕਹਿੰਦੀ ਹੈ ਨਾ ਕਿ ਆਹ ਰਸਤਾ ਗਲਤ ਹੈ, ਤੇ ਸਾਨੂੰ ਇਹ ਵੀ ਦੱਸਦੀ ਹੈ ਕਿ ਆਹ ਸਹੀ ਹੈ। ਆਮ ਜਿਹੜੇ ਆਲੋਚਕ ਹੁੰਦੇ ਆ ਨਾ ਗੁਰੂ ਪਿਆਰਿਓ, ਸਮਾਜ ਦੇ ਵਿੱਚ ਦੇਖਦੇ ਆ, ਉਹ ਗਲਤ ਦੱਸਦੇ ਨੇ, ਠੀਕ ਨਹੀਂ ਦੱਸਦੇ। ਆ ਵੀ ਗਲਤ ਹੈ, ਆ ਵੀ ਗਲਤ ਹੈ, ਆ ਵੀ ਗਲਤ ਹੈ, ਆ ਵੀ ਗਲਤ ਹੈ। ਜੇ ਪੁੱਛੀਏ ਵੀ ਠੀਕ ਕੀ ਹੈ, ਕਹਿੰਦੇ ਉਹ ਤਾਂ ਪਤਾ ਨਹੀਂ। ਬਹੁਤ ਸਾਰੇ ਮਤ ਮਤਾਂਤਰ, ਬਹੁਤ ਸਾਰੇ ਐਸੇ ਨੇ ਗੁਰੂ ਪਿਆਰਿਓ ਜਿਹੜੇ ਗਲਤ ਦੀ ਪਹਿਚਾਣ ਦੱਸਦੇ ਨੇ, ਲੇਕਿਨ ਸਹੀ ਦੀ ਨਹੀਂ ਦੱਸਦੇ। ਪਰ ਸਾਡੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਦੱਸਦੇ ਨੇ ਸਾਨੂੰ ਕਿ ਆਹ ਮਾਰਗ ਗਲਤ ਹੈ, ਆਹ ਠੀਕ ਹੈ, ਇਹਦੇ ਤੇ ਤੁਰਨਾ ਚਾਹੀਦਾ। ਆਹ ਸਮੱਸਿਆ ਤੇ ਆਹ ਭਾਈ ਇਹਦਾ ਹੱਲ ਹੈ। ਹੁਣ ਵੈਦ ਡਾਕਟਰ ਚੰਗਾ ਤਾਂ ਅਸੀਂ ਉਸੇ ਨੂੰ ਗਿਣਦੇ ਆ ਨਾ ਜਿਹੜਾ ਸਮੱਸਿਆ ਰੋਗ ਦੱਸਦੇ ਤੇ ਫਿਰ ਇਲਾਜ ਵੀ ਦੱਸਦੇ। ਉਹ ਕਾਹਦਾ ਡਾਕਟਰ ਜਿਹੜਾ ਰੋਗ ਦੱਸਦੇ ਤੇ ਮੁੜ ਕੇ ਪੁੱਛੀਏ ਇਲਾਜ ਕੀ ਹੈ, ਕਹਿੰਦਾ ਵੀ ਇਹਦਾ ਨਹੀਂ ਪਤਾ। ਹੁਣ ਆਪਾਂ ਵਧੀਆ ਡਾਕਟਰ ਤਾਂ ਨਹੀਂ ਨਾ ਮੰਨਦੇ। ਜਿਹੜਾ ਰੋਗ ਤਾਂ ਦੱਸਦੇ ਵੀ ਤੈਨੂੰ ਆਹ ਰੋਗ ਆ, ਉਹ ਤਾਂ ਹਰੇਕ ਨੂੰ ਪਤਾ ਲੱਗ ਜਾਂਦਾ, ਉਹ ਤਾਂ ਬੰਦੇ ਨੂੰ ਖੁਦ ਵੀ ਪਤਾ ਲੱਗ ਜਾਂਦਾ ਕਿ ਮੈਨੂੰ ਆਹ ਰੋਗ ਹੈ। ਪਰ ਜਿਹੜਾ ਨਾਲ ਇਲਾਜ ਵੀ ਦੱਸੇ, ਮਹਾਰਾਜ ਇਲਾਜ ਵੀ ਦੱਸਦੇ ਨੇ ਗੁਰੂ ਪਿਆਰਿਓ। ਹੁਣ ਆਖਰੀ ਪੰਕਤੀ 'ਚ ਸਤਿਗੁਰਾਂ ਨੇ ਇਲਾਜ ਦੱਸਿਆ। ਕੀ ਇਲਾਜ ਦੱਸਿਆ? ਕਹਿੰਦੇ ਹਰ ਹਰ ਨਾਮ ਅਪਾਰ ਅਮੋਲਾ। ਐ ਭਾਈ ਸਿੱਖੋ ਸੁਣੋ, ਕਹਿੰਦੇ ਹਰ ਹਰ ਨਾਮ, ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ, ਹਰੇਕ ਵਿੱਚ ਵਸਦੇ ਅਕਾਲ ਪੁਰਖ ਦਾ ਜਿਹੜਾ ਨਾਮ ਹੈ, ਕਹਿੰਦੇ ਅਪਾਰ ਹੈ। ਅਪਾਰ ਦਾ ਮਤਲਬ ਹੈ ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ। ਦਰਿਆ ਦਾ ਪਾਰ ਪਾਇਆ ਜਾ ਸਕਦਾ, ਸਮੁੰਦਰ ਦਾ ਪਾਰ ਪਾਇਆ ਜਾ ਸਕਦਾ, ਪਰ ਅਕਾਲ ਪੁਰਖ ਪਰਮੇਸ਼ਵਰ ਅਪਾਰ ਹੈ ਔਰ ਉਹਦਾ ਨਾਮ ਵੀ ਅਪਾਰ ਹੈ। ਤੇ ਦੂਜਾ ਗੁਰੂ ਪਿਆਰਿਓ ਵਿਸ਼ੇਸ਼ਣ ਹੈ ਨਾਮ ਦਾ ਅਮੋਲਾ। ਇਹ ਅਮੋਲਕ ਹੈ। ਨਾਮ ਅਮੋਲਕ ਨਾ ਪਾਇਆ ਜਾਏ। ਅਮੋਲਾ ਦਾ ਮਤਲਬ ਹੈ ਜਿਹਦਾ ਕੋਈ ਮੁੱਲ ਹੀ ਨਹੀਂ ਹੈ, ਜਿਹਦਾ ਕੋਈ ਮੁੱਲ ਨਹੀਂ ਹੈ, ਕੋਈ ਕੀਮਤ ਨਹੀਂ ਹੈ। ਹੁਣ ਕੀਮਤ ਕਿਹਦੀ ਨਹੀਂ ਹੁੰਦੀ ਗੁਰੂ ਪਿਆਰਿਓ? ਇੱਕ ਤਾਂ ਉਸ ਚੀਜ਼ ਦੀ ਕੀਮਤ ਨਹੀਂ ਹੁੰਦੀ ਜਿਹੜਾ ਬਿਲਕੁਲ ਆਮ ਹੈ। ਰੇਤੇ ਦੀ ਮੁੱਠ ਦੀ ਕੀਮਤ ਹੈ? ਬਿਲਕੁਲ ਨਹੀਂ। ਕਿਉਂ? ਆਮ ਹੀ ਹੈ, ਜਿੱਥੋਂ ਮਰਜ਼ੀ ਭਰ ਲਓ।
ਜਿੱਥੋਂ ਮਰਜ਼ੀ ਭਰ ਲਓ। ਦੂਜੀ ਗੁਰ ਪਿਆਰਿਓ, ਉਹ ਜਿਹਦੀ ਇੰਨੀ ਜ਼ਿਆਦਾ ਕੀਮਤ ਹੁੰਦੀ ਹੈ ਕਿ ਸੰਸਾਰ ਦਾ ਕੋਈ ਵੀ ਵਿਅਕਤੀ ਉਹ ਕੀਮਤ ਤਾਰ ਨਹੀਂ ਸਕਦਾ। ਨਾਮ ਜਿਹੜਾ ਹੈ ਇੰਨਾ ਜ਼ਿਆਦਾ ਕੀਮਤੀ ਹੈ, ਵਾਹਿਗੁਰੂ ਇੰਨਾ ਜ਼ਿਆਦਾ ਮੁੱਲਿਆਵਾਨ ਹੈ ਕਿ ਸੰਸਾਰ ਦੇ ਵਿੱਚ ਉਹਦਾ ਮੁੱਲ ਕੋਈ ਦੱਸ ਹੀ ਨਹੀਂ ਸਕਦਾ। ਇਸ ਕਰਕੇ ਉਹ ਅਮੋਲਕ ਹੈ। ਅਮੋਲਕ ਕਹਿੰਦੇ ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ। ਨਿਧਾਨ ਦਾ ਮਤਲਬ ਹੁੰਦਾ ਖਜ਼ਾਨਾ। ਆਤਮਿਕ ਜੀਵਨ ਦੇਣ ਵਾਲਾ ਜਿਹੜਾ ਅੰਮ੍ਰਿਤ ਹੈ ਇਹ ਖਜ਼ਾਨਾ ਹੈ। ਇੱਕ ਅਕਾਲ ਪੁਰਖ ਦਾ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ, ਤੇ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਜਿਹੜਾ ਹੈ ਉਹ ਨਾਮ ਹੈ। ਨਾਮ ਜਿਹੜਾ ਇੱਕ ਖਜ਼ਾਨਾ ਹੈ, ਜਿਹੜਾ ਬੜਾ ਅਮੋਲਕ ਹੈ, ਜਿਹਦਾ ਕੋਈ ਪਾਰ ਨਹੀਂ ਪਾ ਸਕਦਾ ਹੈ। ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਸੁਖ ਸਹਿਜ ਆਨੰਦ, ਤਿੰਨ ਸ਼ਬਦ ਨੇ ਗੁਰ ਪਿਆਰਿਓ। ਸੁਖ ਸਹਿਜ ਆਨੰਦ, ਸੁਖ ਆਤਮਿਕ ਅਡੋਲਤਾ ਤੇ ਆਨੰਦ, ਇਹ ਕਿੱਥੇ ਨੇ? ਕਹਿੰਦੇ ਸੰਤਨ ਕੈ। ਸੰਤਨ ਕੈ, ਸੰਤਨ ਬਹੁਤ ਸਾਰੇ ਸੰਤ। ਹੁਣ ਬਹੁਤ ਸਾਰੇ ਸੰਤ ਕਿੱਥੇ ਲੱਭੀਏ? ਸੰਤ ਤਾਂ ਇੱਕ ਲੱਭਣਾ ਔਖਾ ਹੈ। ਸੰਗਤ ਨੂੰ ਸੰਤ ਕਿਹਾ ਗੁਰੂ ਪਿਆਰੇ। ਆ ਜਿਹੜੀ ਸੰਗਤ 'ਚ ਅਸੀਂ ਬੈਠੇ ਆ ਨਾ, ਇਹਨਾਂ ਨੂੰ ਕਿਹਾ। ਕਹਿੰਦੇ ਸੁਖ ਸਹਿਜ ਆਨੰਦ ਸੰਤਨ ਕੈ। ਸੁਖ ਗੁਰਸਿੱਖਾਂ ਦੀ ਸੰਗਤ 'ਚ, ਸਹਿਜ ਆਤਮਿਕ ਅਡੋਲਤਾ ਜਿਹਨੂੰ ਕਹਿੰਦੇ ਆ ਗੁਰਸਿੱਖਾਂ ਦੀ ਸੰਗਤ 'ਚ, ਆਨੰਦ ਸਿੱਖਾਂ ਦੀ ਸੰਗਤ 'ਚ, ਗੁਰਸਿੱਖਾਂ ਦੀ ਸੰਗਤ 'ਚ, ਜਿਹੜੇ ਗੁਰੂ ਦੇ ਹਜ਼ੂਰ ਬੈਠਦੇ ਨੇ। ਕਹਿੰਦੇ ਜਿਹੜਾ ਸੰਗਤ 'ਚ ਆ ਜਾਂਦਾ ਹੈ, ਨਾਨਕ ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਓ ਇਹਨਾਂ ਜੀਵਾਂ ਨੂੰ, ਗੁਰ ਤੇ ਜਾਨਾ। ਗੁਰ ਤੋਂ, ਗੁਰ ਦਾ ਇੱਥੇ ਮਤਲਬ ਕੀ ਹੈ? ਇੱਕ ਸ਼ਬਦ ਹੈ ਗੁਰ ਪਿਆਰਿਓ ਗੁਰੂ, ਇੱਕ ਹੈ ਗੁਰ। ਗੁਰੂ ਤੇ ਗੁਰ ਦੇ ਵਿੱਚ ਫਰਕ ਹੈ ਗੁਰ ਪਿਆਰਿਓ। ਗੁਰੂ ਤੇ ਗੁਰ, ਗੁਰੂ ਦਾ ਗੁਰ, ਗੁਰ ਦਾ ਮਤਲਬ ਹੁੰਦਾ ਕਲਾ, ਉਪਦੇਸ਼, ਸਿੱਖਿਆ। ਗੁਰ ਦਾ ਮਤਲਬ ਹੈ ਕਲਾ, ਉਪਦੇਸ਼, ਸਿੱਖਿਆ, ਜਿਹੜਾ ਗੁਰੂ ਤੋਂ ਮਿਲਦਾ। ਅਸੀਂ ਗੁਰੂ ਕੋਲ ਕੀ ਲੈਣਾ ਹੈ? ਅਸੀਂ ਗੁਰ ਲੈਣਾ ਹੈ। ਅਸੀਂ ਗੁਰ ਲੈਣਾ ਹੈ। ਆਪਾਂ ਕਹਿੰਦੇ ਨਾ ਮੈਨੂੰ ਜੀ ਗੁਰ ਸਿਖਾ ਦਿਓ, ਮੈਨੂੰ ਜੀ ਕਲਾ ਸਿਖਾ ਦਿਓ। ਗੁਰੂ ਜੁਗਤ ਦੱਸਦੇ ਨੇ। ਕਾਹਦੀ ਜੁਗਤ ਦੱਸਦੇ ਨੇ? ਕਾਹਦਾ ਗੁਰ ਗੁਰੂ ਦੱਸਦੇ ਨੇ? ਗੁਰੂ ਅਕਾਲ ਪੁਰਖ ਨਾਲ ਜੋੜਨ ਦਾ ਗੁਰ ਦੱਸਦੇ ਨੇ, ਨਾਮ ਦੀ ਵਿਧੀ ਦੱਸਦੇ ਨੇ, ਨਾਮ ਦਿੰਦੇ ਨੇ। ਤਾਂ ਇੱਥੇ ਕਹਿੰਦੇ ਭਾਈ ਇਹ ਗੁਰੂ ਤੋਂ, ਗੁਰੂ ਦੇ ਜੁਗਤ ਤੋਂ ਜਾਣਿਆ ਜਾ ਸਕਦਾ ਹੈ। ਕੀ ਜਾਣਿਆ ਜਾ ਸਕਦਾ ਹੈ? ਇਹ ਜਿਹੜਾ ਸੰਸਾਰ ਦਾ ਗੁਰ ਪਿਆਰਿਓ ਵਾਸਤਵਿਕਤਾ ਹੈ, ਸੰਸਾਰ ਦੀ ਅਸਲੀਅਤ ਹੈ, ਸੰਸਾਰ ਦੀ, ਇਹ ਗੁਰੂ ਸਮਝਾਉਂਦਾ ਹੈ ਭਾਈ। ਗੁਰੂ ਦੱਸਦਾ ਸਾਨੂੰ। ਤੇ ਗੁਰਸਿੱਖਾਂ ਦੀ ਸੰਗਤ ਦੇ ਵਿੱਚ ਸੁੱਖ ਵੀ ਮਿਲਦਾ ਹੈ, ਆਨੰਦ ਵੀ ਮਿਲਦਾ ਹੈ, ਤੇ ਮਨ ਵੀ ਟਿਕ ਜਾਂਦਾ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰ ਪਿਆਰਿਓ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ। ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ ਹੈ, ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣਯੋਗ ਨੇ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ। ਆਖਰੀਆਂ ਪੰਕਤੀਆਂ ਪੜ੍ਹਦੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਾਡੇ ਤੇ ਕਿਰਪਾ ਕਰਨੀ, ਸਾਨੂੰ ਸੰਗਤ 'ਚ ਬੈਠਣ ਦਾ ਬਲ ਬਖਸ਼ਿਸ਼ ਕਰਨਾ, ਤਾਂ ਕਿ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ। ਹਾਂਜੀ। ਹਰ ਹਰ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ। ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ